बहुत ही प्यारे बच्चों, चलो फिर अज आप रस बारे पढ़ीए। काव रस की हुंदा बच्चों? रस की हुंदा है देखो, आप कहने भी उसकी जीभ तो रस झलकदा है ना, भी जदों कोई बंदा अपन कोई गल कहंदा तो वो गल अपने ते जदों प्रभाव पाउंदी है ना बच्चों, उहनूं रस कहंदा है। ठीक है, जिवें कोई वीरता की गल करदा भी इन्ने बहादुर योधे सी उत्थे, मतलब युद्ध हो रहा सी तो वो अपने अंदर एक वीरता पैदा करता है। कोई बंदा जो उन्होंने कहानी अपन नूं सुणाउंदा है ना, भी उस तरह कहानी सुणाउंदा है बच्चों, अपने अंदर भी उही भाव पैदा हो जाते हैं, उन्होंने रस कहा जाता है बच्चों। ठीक है, तो कोई अपन नूं डरावनी गल दसदा तो अपने अंदर उही डर पैदा हो जाता। ठीक है ना, जो जिहड़ी चीज़ अपने अंदर किसी की कही गल अनुसार पैदा होंदी है वो रस हुंदा बच्चों। ठीक है, कोई बंदा ਆਪਾਂ ਨੂੰ कोई अलग ही गल सुणाउंदा है, जिवें कि उत्थे बहुत ही चिक्कड़ सी, खून डुੱਲਿਆ ਸੀ, ਉਹ अलग रस पैदा करदा। कोई कहंदा भी देखो कितनी सोहनी हवा चल रही है, चारे पासे शांति है, सोहणे सोहणे फुੱਲ ने। ਜਦੋਂ कोई बंदा ਆਪਾਂ ਨੂੰ गल दसदा ना, फिर अपने अंदर वो रस पैदा हो जाता है ना। ਤਾਂ ਇੱਦਾਂ ਹੀ ਜਦੋਂ ਕੋਈ ਆਪਾਂ ਨੂੰ ਕੋਈ ਆਪਾਂ ਕਹਿੰਦੇ ਵੀ ਚੰਗੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਬੰਦੇ ਦਾ ਮਨ ਸ਼ਾਂਤ ਰਹਿੰਦਾ। ਜਦੋਂ ਆਪਾਂ ਟੀ ਵੀ ਦੇਖਦੇ ਹਾਂ ਤਾਂ ਕੁਝ ਸੁਣਦੇ ਹਾਂ ਜਦੋਂ, ਹੈ ਨਾ, ਤਾਂ ਜਿਹੜੇ ਕੋਈ ਡਰਾਵਣਾ ਮਿਊਜ਼ਿਕ ਹੁੰਦਾ ਹੈ ਹੋਰ, ਉਹਦੇ ਨਾਲ ਕੀ ਹੁੰਦਾ ਬੱਚਿਓ, ਆਪਣੇ ਅੰਦਰ ਜੋ ਡਰ ਪੈਦਾ ਹੁੰਦਾ ਉਹ ਸੰਗੀਤ ਦੇ ਨਾਲ, ਤਾਂ ਉਹ ਗੱਲਾਂ ਦੇ ਨਾਲ ਉਹ ਰਸ ਹੁੰਦਾ ਆਪਣੇ ਅੰਦਰ। ਠੀਕ ਹੈ ਨਾ, ਆਪਾਂ ਦੇਖਦੇ ਹਾਂ। ਚਲੋ ਫਿਰ ਕਿਤਾਬ ਦੇ ਵਿੱਚ ਕੀ ਲਿਖਿਆ। ਕਾਵ ਰਸ ਬਾਰੇ ਸਿਧਾਂਤਕ ਪੱਖੋਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਵੀ ਕਈ ਅਸੀਂ ਸਾਰੇ ਇਸ ਰਸ ਨੂੰ ਮਾਣਦੇ ਹਾਂ। ਟੈਲੀਵਿਜ਼ਨ ਦੀ ਸਕਰੀਨ ਉੱਤੇ ਕ੍ਰਿਕਟ ਮੈਚ ਵੇਖਦੇ ਹੋਏ ਚੌਕੇ ਛੱਕੇ ਲੱਗਦੇ ਵੇਖ ਅਸੀਂ ਰੋਮਾਂਚਿਤ ਹੋ ਜਾਂਦੇ ਹਾਂ। ਠੀਕ ਹੈ, ਜਾਂ ਉਛਲਦੇ ਹਾਂ, ਕੁਝ ਬੋਲਦੇ ਹਾਂ, ਸਰੀਰਕ ਅਦਾਵਾਂ ਰਾਹੀਂ, ਸੰਕੇਤਾਂ ਰਾਹੀਂ, ਜਾਂ ਆਪਣੀ ਮਨਪਸੰਦ ਖਿਡਾਰੀ ਦੇ ਜਿਹੜੇ ਆਊਟ ਹੋਣ 'ਤੇ ਉਦਾਸ ਹੋ ਜਾਂਦੇ ਹਾਂ। ਅਜਿਹਾ ਕਿਉਂ ਹੁੰਦਾ ਹੈ? ਇਹ ਸਾਡੇ ਅੰਦਰ ਪੈਦਾ ਹੋਏ ਰਸ ਕਾਰਨ ਵਾਪਰਦਾ ਹੈ। ਠੀਕ ਹੈ ਨਾ, ਇਉਂ ਕਿਸੇ ਕਾਮੇਡੀ ਲੜੀਵਾਰ ਨੂੰ ਵੇਖ ਕੇ ਅਸੀਂ ਹੱਸਦੇ ਹਾਂ, ਲੋਟ-ਪੋਟ ਹੁੰਦੇ ਹਾਂ, ਜਾਂ ਨਾਟਕ ਜਾਂ ਫਿਲਮ ਵੇਖਣ ਨਾਲ ਕਿਸੇ ਪਾਤਰਾਂ ਦੀ ਖੁਸ਼ੀ ਵਿੱਚ ਖੁਸ਼ੀ ਹੁੰਦੀ ਹੈ, ਦੁੱਖ ਦੇ ਵਿੱਚ ਕਈ ਵਾਰ ਲੋਕ ਰੋਣ ਲੱਗ ਜਾਂਦੇ ਨੇ, ਹੈ ਨਾ। ਨਾਟਕ, ਫਿਲਮ ਜਾਂ ਮੈਚ ਵੇਖਣ ਵੇਲੇ ਜਾਂ ਕੋਈ ਸਾਹਿਤਿਕ ਰਚਨਾ ਪੜ੍ਹਨ ਵੇਲੇ ਅਸੀਂ ਆਪਣਾ ਆਪ ਭੁੱਲ ਕੇ ਉੱਥੇ ਉਹਦੇ ਵਿੱਚ ਹੀ ਲੱਗ ਜਾਂਦੇ ਹਾਂ। ਠੀਕ ਹੈ ਬੱਚੋ, ਵੱਖਰੇ ਸੰਸਾਰ ਵਿੱਚ ਦਾਖਲ ਹੋ ਜਾਂਦੇ ਹਾਂ। ਅਸਲ ਵਿੱਚ ਨਾਟਕ, ਫਿਲਮ, ਮੈਚ ਜਾਂ ਸਾਹਿਤਿਕ ਰਚਨਾ ਸਾਡੇ ਅੰਦਰ ਦੇ ਸਥਾਈ ਭਾਵਾਂ ਨੂੰ ਜਗਾ ਦਿੰਦੀ ਹੈ ਅਤੇ ਸਾਡੇ ਅੰਦਰ ਵਿਭਿੰਨ ਪ੍ਰਕਾਰ ਦੇ ਰਸ ਪੈਦਾ ਹੁੰਦੇ ਹਨ। ਇਸ ਅਧਿਆਇ ਵਿੱਚ ਅਸੀਂ ਇਹਨਾਂ ਰਸਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਰਸ ਸ਼ਬਦ ਦੀ ਵਰਤੋਂ ਭਾਰਤ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਮਿਲਦੀ ਹੈ। ਸੰਸਕ੍ਰਿਤਿਕ ਜਿਹੜਾ ਵਿਆਕਰਨ ਅਨੁਸਾਰ ਰਸ, ਜਿਵੇਂ ਬੱਚੋ ਕਿ अर्थ प्रक्रिया इस तरह है कि रस्य ते, ठीक है ना, स्वाद, ठीक है, आस्वाद्य ते इते रस्य, ठीक है, अर्थात ਉਹ ਭਾਵ ਜਾਂ ਪਦਾਰਥ ਜਿਸ ਤੋਂ ਕੋਈ ਸਵਾਦ ਜਾਂ ਮਜ਼ਾ ਪ੍ਰਾਪਤ ਹੋਵੇ। ਠੀਕ ਹੈ ਨਾ। ਭਾਈ ਕਾਨ ਸਿੰਘ ਨਾਭਾ ਨੇ ਗੁਰੂ ਸ਼ਬਦ ਰਤਨਕਾਰ ਮਹਾਨ ਕੋਸ਼ ਵਿੱਚ ਰਸ ਦੇ 18 ਅਰਥ ਦਰਜ ਕੀਤੇ ਹਨ। ਪੁਰਾਤਨ ਗ੍ਰੰਥਾਂ, ਵੇਦਾਂ, ਉਪਨਿਸ਼ਦਾਂ ਆਦਿ ਵਿੱਚ ਰਸ ਦੀ ਵਰਤੋਂ ਪਰਮ ਯਥਾਰਥ, ਸਮਾਧੀ ਦਸ਼ਾ ਅਤੇ ਅਲੌਕਿਕ ਆਨੰਦ ਆਦਿ ਅਨੇਕ ਅਰਥਾਂ ਵਿੱਚ ਹੋਈ ਹੈ, ਪਰੰਤੂ ਕਾਵ ਸ਼ਾਸਤਰ ਦੇ ਸੰਦਰਭ ਵਿੱਚ ਰਸ ਇੱਕੋ ਅਸਲੋਂ ਨਿਰਾਲੇ ਅਰਥ ਵਿੱਚ ਵਰਤਿਆ ਗਿਆ ਹੈ। ਸੰਕੇਤਕ ਸ਼ਬਦ ਹੈ। ਸਾਹਿਤ ਦੇ ਪੜ੍ਹਨ ਸੁਣਨ ਤੋਂ ਪਾਠਕ, ਸਰੋਤੇ ਜਾਂ ਦਰਸ਼ਕ ਨੂੰ ਟੁੰਬਣ ਵਾਲਾ ਜਾਂ ਹਿਲੋਰਾ ਦੇਣ ਵਾਲਾ ਜੋ ਵੀ ਸੋਝ ਸੁਆਦਲਾ ਆਨੰਦ ਮਹਿਸੂਸ ਹੁੰਦਾ ਹੈ, ਠੀਕ ਹੈ ਨਾ, ਉਹ ਕਾਵ ਸ਼ਾਸਤਰੀ ਸ਼ਬਦਾਵਲੀ ਵਿੱਚ ਰਸ ਅਖਵਾਉਂਦਾ ਹੈ। ਅਸਲ ਵਿੱਚ ਇਸ ਨੂੰ ਮਤਲਬ ਰਸ ਨੂੰ ਕਾਵ ਰਸ ਕਹਿਣਾ ਦਰੁਸਤ ਹੈ, ਵਧੀਆ ਲੱਗਦਾ ਹੈ। ਰਸ ਦੀ ਮਹਾਨਤਾ ਦੇਖੀਏ ਬੱਚੋ, ਬਹੁਤ ਮਹਾਨਤਾ ਹੈ। ਰਸ ਦੀ ਮਹਾਨਤਾ ਬਾਰੇ ਅਸੀਂ ਸੁਚੇਤ ਨਾ ਵੀ ਹੋਏ, ਪਰ ਜ਼ਿੰਦਗੀ ਦੀ ਤੌਰ ਤੋਂ, ਠੀਕ ਹੈ, ਜ਼ਾਹਰ ਹੁੰਦਾ ਹੈ ਕਿ ਰਸ ਜ਼ਿੰਦਗੀ ਦਾ ਸਾਰ ਤੱਤ ਹੈ ਅਤੇ ਜ਼ਿੰਦਗੀ ਰਸ ਮਾਨਣ ਲਈ ਬੇਕਰਾਰ ਹੈ। ਰਸ ਸਿਧਾਂਤ ਦੇ ਆਚਾਰੀਆ ਮੰਮਟ ਨੇ ਲਿਖਿਆ ਹੈ ਕਿ ਰਸ ਜਿਉਂ ਹੀ ਫੁੱਟ ਨਿਕਲਦਾ ਹੈ, ਸਾਡੇ ਧੁਰ ਅੰਦਰ ਨੂੰ ਜਾ ਹਿਲੋਰਦਾ ਹੈ, ਦਿਲਾਂ ਨੂੰ ਪਿਘਲਾ ਕੇ ਅੱਖਾਂ ਨੂੰ ਸੇਜਲ ਕਰਦਾ ਹੈ, ਸਰੀਰ ਨੂੰ ਰੋਮਾਂਚਿਤ ਅਤੇ ਬੋਲਾਂ ਨੂੰ ਗਦਗਦ ਕਰ ਜਾਂਦਾ ਹੈ। ਇਹ ਕਲਾ ਰਸ ਜਿਉਂ ਹੀ ਸਾਨੂੰ ਆਪਣੀ ਜਕੜ ਵਿੱਚ ਕੱਸ ਲੈਂਦਾ ਹੈ, ਉਦੋਂ ਸਾਡੇ ਰੋਸੇ ਤੇ ਰੁਦਨ, ਗਿਲੇ ਤੇ ਸ਼ਿਕਵੇ, ਗਮ ਤੇ ਗੁੱਸੇ ਭੁੱਲ ਜਾਂਦੇ ਹਨ ਅਤੇ ਝਟਪਿੰਦ ਲਈ ਜ਼ਿੰਦਗੀ ਦੀਆਂ ਕੁੜੱਤਣ ਤੋਂ ਬਚ ਕੇ ਨਿਰੇ ਸਵਾਦ ਹੋ ਜਾਂਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਗੀਤ ਹੈ, ਠੀਕ ਹੈ ਨਾ, ਸਵਾਦ ਸਵਾਦ ਮੈਂ ਲੇਟਿਆ, ਤਾਰਿਆਂ ਦੀ ਨੀਮੀ ਨੀਮੀ ਲੋ, ਮੇਰੀਆਂ ਅੱਖਾਂ ਭਰੀਆਂ ਸੁਪਨਿਆਂ, ਮੇਰੀ ਹਿੱਕ ਭਰੀ ਖੁਸ਼ਬੂ। ਇਸ ਤਰ੍ਹਾਂ ਕੋਈ ਸ਼ੇਅਰ ਜਾਂ ਸ਼ਾਇਰੀ
ਕੋਈ ਕਵਿਤਾ ਤੇ ਕਾਵ ਜਾਂ ਕੋਈ ਕਲਾ ਤੇ ਕਲਾਕ੍ਰਿਤ ਜਾਂ ਮਤਲਬ ਆਪਾਂ ਕਹਿ ਸਕਦੇ ਹਾਂ ਸਾਨੂੰ ਕੋਈ ਵੀ ਚੀਜ਼ ਸਵਾਦਲੀ ਲੱਗਦੀ ਹੈ ਜੇਕਰ ਉਸ ਵਿੱਚ ਕਾਵ ਰਸ ਦੀ ਸੋਝ ਠਾਠਾ ਮਾਰਦਾ ਹੋਵੇ। ਜਿਵੇਂ ਤੁਹਾਨੂੰ ਪੜ੍ਹੀ ਹੈ ਨਾ ਕਵਿਤਾ ਆਪਾਂ ਹੁਣ, ਤੇ ਕਿੰਨਾ ਵਧੀਆ ਲੱਗ ਰਿਹਾ ਬੱਚਿਓ, ਠੀਕ ਹੈ ਨਾ। ਇਸ ਤਰ੍ਹਾਂ ਸਾਹਿਤ ਦੀ ਕਲਾ ਰਚਨਾ ਵਿੱਚ ਰਸ ਦੀ ਮਹਾਨਤਾ ਹੈ। ਮਤਲਬ ਜੇ ਕੋਈ ਕਵੀ ਆਪਾਂ ਨੂੰ ਗੱਲ ਕਹਿਣੀ ਚਾਹੁੰਦਾ ਏ, ਅਗਰ ਉਹ ਰਸ ਸਾਡੇ ਤੱਕ ਪਹੁੰਚੇ ਹੀ ਨਾ, ਫਿਰ ਉਹ ਬੇਅਰਥ ਹੋ ਜਾਂਦਾ ਹੈ, ਠੀਕ ਹੈ ਨਾ। ਇਹਨਾਂ ਅਰਥਾਂ ਵਿੱਚ ਰਸ ਸਾਹਿਤ ਦੀ ਆਤਮਾ ਹੈ ਅਤੇ ਰਸ ਹੀ ਸਾਹਿਤ ਦਾ ਕੇਂਦਰੀ ਬਿੰਦੂ ਹੈ। ਜਿਵੇਂ ਕੋਈ ਕਿਤਾਬ ਲਿਖੀ ਪਈ ਹੈ ਜਾਂ ਫਿਲਮ ਲਿਖੀ ਪਈ, ਉਹਦਾ ਕੋਈ ਅਰਥ ਨਹੀਂ ਹੁੰਦਾ। ਜਦੋਂ ਫਿਲਮਾਂਕਣ ਹੁੰਦਾ ਏ, ਉਹ ਚੀਜ਼ ਆਪਣੇ ਤੱਕ ਪਹੁੰਚਦੀ ਹੈ ਤਾਂ ਉਹ ਅਸਲੀ ਰਸ ਆਪਣੇ ਅੰਦਰ ਪੈਦਾ ਕਰਦੀ ਹੈ। ਰਸ ਨੂੰ ਮਾਨਣ ਵਾਲਾ ਵਿਅਕਤੀ ਹੀ ਰਸਿਕ ਜਾਂ ਰਸੀਆ ਹੁੰਦਾ ਹੈ। ਰਸਿਕ ਵਿਅਕਤੀ ਕਾਵ ਰਸ ਨੂੰ ਮਹਿਸੂਸ ਤਾਂ ਚੰਗੀ ਤਰ੍ਹਾਂ ਕਰਦਾ ਹੈ, ਪਰ ਉਹ ਸ਼ਬਦਾਂ ਦੀ ਵਿਆਖਿਆ ਨਹੀਂ ਕਰ ਸਕਦਾ, ਠੀਕ ਹੈ ਨਾ। ਭਗਤੀ ਸਾਹਿਤ ਦੇ ਯੁੱਗ ਵਿੱਚ ਭਗਤ ਕਵੀ ਕਬੀਰ ਨੇ ਅਕਥ ਰਹੱਸਵਾਦੀ ਅਨੁਭਵ ਨੂੰ ਇਉਂ ਪ੍ਰਗਟਾਇਆ ਹੈ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਇਹਨਾਂ ਪੰਕਤੀਆਂ ਵਿੱਚ ਕਬੀਰ ਨੇ ਬ੍ਰਹਮ ਸਾਖਿਆਤਕਾਰ ਤੋਂ ਪ੍ਰਾਪਤ ਹੋਏ ਆਨੰਦ ਦੀ ਤੁਲਨਾ ਦ੍ਰਿਸ਼ਟਾਂਤ ਅਲੰਕਾਰ ਦੇ ਮਾਧਿਅਮ ਰਾਹੀਂ ਕੀਤੀ ਹੈ। ਗੂੰਗਾ ਵਿਅਕਤੀ ਗੁੜ ਤਾਂ ਖਾ ਲੈਂਦਾ ਹੈ, ਪਰ ਉਹਦਾ ਜਿਹੜਾ ਸਵਾਦ ਅਨੁਭਵ ਤਾਂ ਕਰਦਾ ਹੈ, ਪਰ ਵਰਣਨ ਨਹੀਂ ਕਰ ਸਕਦਾ, ਠੀਕ ਹੈ ਨਾ। ਇਸ ਤਰ੍ਹਾਂ ਬ੍ਰਹਮ ਸਾਖਿਆਤਕਾਰ ਦਾ ਆਨੰਦ ਵੀ ਅਕਥ ਹੈ। ਇਸ ਤਰ੍ਹਾਂ ਹੀ ਕਾਵ ਰਸ ਦਾ ਆਨੰਦ ਵੀ ਬਹੁਤ ਜ਼ਿਆਦਾ ਹੈ। ਹੁਣ ਰਸ ਦੀ ਪ੍ਰਕਿਰਿਆ ਦੇਖਦੇ ਹਾਂ। ਰਸ ਦਾ ਸੰਬੰਧ ਮਨ ਨਾਲ ਹੈ। ਇਉਂ ਰਸ ਇੱਕੋ ਮਨੋਵਿਗਿਆਨਿਕ ਸੱਚਾਈ ਹੈ, ਠੀਕ ਹੈ ਨਾ। ਇੱਕ ਮਨੋਵਿਗਿਆਨਿਕ ਸੱਚਾਈ ਹੈ ਇਹ। ਸਾਡੇ ਅੰਤਰ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਜਜ਼ਬਾਤ ਨਿਵਾਸ ਕਰਦੇ ਹਨ। ਇਹ ਜਜ਼ਬਾਤ ਹੀ ਭਾਵ ਜਾਂ ਮਨੋਭਾਵ ਹਨ। ਸਾਹਿਤਿਕ ਵਾਤਾਵਰਨ ਵਿੱਚ ਹੈ ਨਾ ਆਪਾਂ ਕਹਾਂਗੇ ਵੀ ਜਾਂ ਕੋਈ ਉਕਸਾਊ ਕਾਰਨਾਂ ਕਰਕੇ ਜਜ਼ਬੇ ਜਾਂ ਮਨੋਭਾਵ ਹਿਲਾਉਣੇ ਜਾਂਦੇ ਹਨ, ਠੀਕ ਹੈ ਨਾ। ਅਤੇ ਤਾਂ ਉਹ ਉਤੇਜਿਤ ਹੋ ਕੇ ਸਾਡੇ ਦਿਲਾਂ 'ਤੇ ਛਾ ਜਾਂਦੇ ਹਨ। ਫਿਰ ਤਾਂ ਅਸੀਂ ਬਾਕੀ ਸਾਰਾ ਕੁਝ ਭੁੱਲ ਕੇ ਇਹਨਾਂ ਜਾਗੇ ਹੋਏ ਜਜ਼ਬਿਆਂ ਨਾਲ ਸੋਝ ਸਵਾਦ ਅਨੁਭਵ ਕਰਦੇ ਹਾਂ। ਇਸ ਸੋਝ ਸਵਾਦ ਨੂੰ ਹੀ ਸਾਹਿਤ ਆਲੋਚਨਾ ਦੇ ਸ਼ਬਦਾਵਲੀ ਵਿੱਚ ਰਸ ਕਿਹਾ ਜਾਂਦਾ ਹੈ। ਇੱਥੇ ਮਤਲਬ ਆਪਾਂ ਕਹਾਂਗੇ ਵੀ ਇਸੇ ਗੱਲ ਨੂੰ ਰਸਵਾਦੀ ਆਲੋਚਕਾਂ ਨੇ ਕਈ ਤਰ੍ਹਾਂ ਦੀਆਂ ਯੁਕਤਾਂ ਨਾਲ ਬਿਆਨ ਕੀਤਾ ਹੈ। ਭਰਤ ਮੁਨੀ ਨੇ ਲਿਖਿਆ ਹੈ ਕਿ ਅਸੀਂ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਤਿਆਰ ਕੀਤੇ ਹੋਏ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥਾਂ ਨੂੰ ਖਾ ਕੇ ਖੁਸ਼ੀ ਅਤੇ ਆਨੰਦ ਨੂੰ ਮਾਣਦੇ ਹਾਂ। ਇਸੇ ਤਰ੍ਹਾਂ ਸੰਵੇਦਨਸ਼ੀਲ ਦਰਸ਼ਕ ਸਰੋਤੇ ਨਾਟਕ ਦੀ ਭਾਵਕ ਐਕਟਿੰਗ ਵੇਖ ਕੇ ਜਾਂ ਦਿਲਾਂ ਨੂੰ ਧੂ ਪਾਉਂਦੀ ਹੋਈ ਕੋਈ ਕਾਵ ਰਚਨਾ ਸੁਣ ਕੇ ਉਤੇਜਿਤ ਹੋਏ ਸਥਾਈ ਮਨੋਭਾਵਾਂ ਦੇ ਰਸਮਈ ਅਹਿਸਾਸ ਨੂੰ ਮਾਣਦੇ ਹਨ। ਹੋਰ ਵਿਦਵਾਨ ਆਚਾਰੀਆ ਵਿਸ਼ਵਨਾਥ ਨੇ ਦੱਸਿਆ ਹੈ ਕਿ ਜਿਵੇਂ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਲਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਦਿਲਾਂ ਦੇ ਸੁੱਤੇ ਹੋਏ ਮਨੋਭਾਵਾਂ ਨੂੰ ਸਾਹਿਤਕ ਜਾਗ ਲਗਾ ਕੇ ਰਸ ਦੀ ਸ਼ਕਲ ਵਿੱਚ ਰੂਪਾਂਤਰ ਕਰ ਦਿੱਤਾ ਜਾਂਦਾ ਹੈ। ਰੂਪਾਂਤਰ ਹੋਏ ਭਾਵ ਜਜ਼ਬੇ ਦੀ ਹੀ ਰਸ ਹੋ ਨਿਪੜਦੇ ਹਨ। ਰਸ ਦੀ ਸਮੱਗਰੀ ਦੇਖਦੇ ਆਪਾਂ। ਰਸ ਦੀ ਮੰਜ਼ਿਲ ਤੱਕ ਪਹੁੰਚਣ ਲਈ ਵਿਦਵਾਨਾਂ ਨੇ ਸਾਹਿਤ ਰਚਨਾ ਵਿੱਚ 3 ਤਰ੍ਹਾਂ ਦੀਆਂ ਕਲਾ ਦੀ ਸਮੱਗਰੀ ਦੀ ਕਲਪਨਾ ਕੀਤੀ ਹੈ। ਇੱਕ ਹੈ ਕਾਰਨ ਸਮੱਗਰੀ, ਦੂਜਾ ਹੈ ਕਾਰਜ ਅਤੇ ਤੀਜਾ ਹੈ ਸਹਿਕਾਰੀ। ਜਿਨ੍ਹਾਂ ਵਸਤੂਆਂ, ਵਿਸ਼ਿਆਂ, ਘਟਨਾਵਾਂ ਜਾਂ ਨਜ਼ਾਰਿਆਂ ਦੇ ਵਰਣਨ ਨਾਲ ਪਿਆਰ ਆਦਿ ਸਥਾਈ ਭਾਵ ਜਾਗਦਾ ਹੈ, ਉਹ ਕਾਰਨ ਹਨ, ਠੀਕ ਹੈ ਨਾ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇਖੀਏ ਆਪਾਂ। ਡੂੰਘੀ ਆਥਣ ਹੋ ਗਈ ਮਾਇਆ, ਲੱਥੀ ਸੰਝ ਚੁਫੇਰ ਵੇ, ਵਿੱਚ ਪੱਛਮ ਦੇ ਸੂਹੀ ਲਾਂਗੜ, ਸੂਰਜ ਦਿੱਤੀ ਖਲੇਰ ਵੇ, ਲੋਪ ਹੋਈ ਚਾਨਣ ਦੀ ਸੱਗੀ, ਸੰਘਣਾ ਹੋਇਆ ਹਨੇਰ ਵੇ, ਇਤਨੀ ਵੀ ਕੀ ਦੇਰੀ ਮਾਇਆ, ਇਤਨੀ ਵੀ ਕੀ ਦੇਰ ਵੇ। ਇੱਥੇ ਕਵੀ ਨੇ ਡੂੰਘੀ ਆਥਣ, ਸੰਝ ਦਾ ਵੇਲਾ, ਪੱਛਮ ਦੀ ਲਾਲੀ ਆਦਿ ਕੁਦਰਤੀ ਦ੍ਰਿਸ਼ਾਂ ਦਾ ਜੋ ਬਿਆਨ ਕੀਤਾ ਹੈ, ਉਹ ਨਾਲ ਬਿਰਨ ਨਾਇਕਾ ਪਿਆਰ ਭਾਵ ਹੋਰ ਵੀ ਤਿੱਖਾ ਤੇ ਉਸ ਦੇ ਨਾਲ ਉਤੇਜਿਤ ਹੋ ਜਾਂਦਾ ਹੈ। ਇਹ ਦ੍ਰਿਸ਼ ਰਸ ਦੀ ਕਾਰਨ ਸਮੱਗਰੀ ਹੈ। ਕਾਰਨਾਂ ਤੋਂ ਬਾਅਦ ਕਾਰਜ ਹੁੰਦਾ ਹੈ। ਉਪਰੋਕਤ ਕਾਰਨਾਂ ਕਰਕੇ ਨਾਇਕਾ ਦਾ ਪਿਆਰ ਭਾਵ ਰੋਮਾਂਚ, ਅੱਖਾਂ ਵਿੱਚ ਚਮਕ, ਬੋਲਾਂ ਵਿੱਚ ਮਸਤੀ ਆਦਿ ਰਾਹੀਂ ਪ੍ਰਗਟ ਹੁੰਦਾ ਹੈ। ਇਹ ਕਾਰਜ ਸਮੱਗਰੀ ਹੈ ਜੋ ਪ੍ਰਤੱਖ ਹੈ। ਤੀਜੀ ਕਿਸਮ ਦੀ ਰਸ ਸਮੱਗਰੀ ਹੈ ਸਹਿਕਾਰੀ ਕਾਰਨ, ਜਿਵੇਂ ਯਾਦ, ਚਿੰਤਾ, ਸ਼ੰਕਾ, ਪਛਤਾਵਾ ਆਦਿ। ਇਹ ਪ੍ਰਗਟ ਤੇ ਪ੍ਰਤੱਖ ਹੋਏ ਪਿਆਰ ਦੀ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ 3 ਕਿਸਮ ਦੀ ਕਲਾ ਸਮੱਗਰੀ ਦੇ ਸੁਮੇਲ ਨਾਲ
ਦਰਸ਼ਕ ਸਰੋਤੇ ਦੇ ਦਿਲ ਵਿੱਚ ਮੌਜੂਦ ਸਥਾਈ ਪ੍ਰੀਤ ਭਾਵ ਸਰਗਮ ਹੋ ਕੇ ਸ਼ਿੰਗਾਰ ਰਸ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦਾ ਹੈ। ਉੱਪਰ ਬਿਆਨ ਕੀਤੀ ਰਸ ਸਮੱਗਰੀ ਸਿਰਫ ਰਸ ਦੇ ਪ੍ਰਗਟਾਓ ਲਈ ਹੀ ਹੈ। ਬਾਕੀ ਵੀਰ ਰਸ, ਹਾਸ ਰਸ, ਭਿਆਨਕ ਰਸ ਆਦਿ ਲਈ ਵੱਖੋ ਵੱਖਰੀ ਕਾਵ ਸਮੱਗਰੀ ਦਾ ਹੋਣਾ ਜ਼ਰੂਰੀ ਹੈ। ਠੀਕ ਹੈ ਨਾ। ਤੇ ਉੱਪਰ ਜਿਹੜੀ ਰਸ ਦੀ ਸਮੱਗਰੀ ਬਿਆਨ ਕੀਤੀ ਹੈ ਉਸ ਦਾ ਆਧਾਰ ਭਰਤ ਮੁਨੀ ਦਾ ਇੱਕ ਸਿਧਾਂਤ ਸੂਤਰ ਹੈ। ਇਹ ਸੂਤਰ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਵਿਭਾਗ ਕਾਰਨ, ਅਨੁਭਾਵ ਕਾਰਜ ਤੇ ਸਹਿਕਾਰੀ ਭਾਵ ਸਹਿਕਾਰੀ ਕਾਰਜ ਦੇ ਸੰਯੋਗ ਨਾਲ ਰਸ ਪ੍ਰਗਟ ਹੁੰਦਾ ਹੈ। ਠੀਕ ਹੈ ਨਾ। ਕਾਵ ਰਸ ਦੀਆਂ ਪ੍ਰਮੁੱਖ ਸੰਕਲਪ ਦੇਖਦੇ ਆਪਾਂ। ਕਾਵ ਰਸ ਸੰਬੰਧੀ ਚਰਚਾ ਕਰਨ ਵੇਲੇ ਕੁਝ ਪ੍ਰਮੁੱਖ ਸੰਕਲਪਾਂ ਸੰਬੰਧੀ ਗਿਆਨ ਹੋਣਾ ਜ਼ਰੂਰੀ ਹੈ। ਸਥਾਈ ਭਾਵ ਮਨੁੱਖੀ ਭਾਵਾਂ ਦੀ ਆਪਾਂ ਕਹਿੰਦੇ ਗੱਲ ਕਰਦੇ ਹਾਂ ਜਦੋਂ ਇਹ ਮੁਜੱਸਮਾ ਹੈ ਬੱਚੋ। ਠੀਕ ਹੈ ਨਾ। ਭਾਵ ਮਨੁੱਖ ਦੀਆਂ ਜਮਾਂਦਰੂ ਚਿੱਤ ਬਿਰਤੀਆਂ ਹਨ। ਬੰਦੇ ਦੇ ਅੰਦਰ, ਇਨਸਾਨ ਦੇ ਅੰਦਰ ਫੀਲਿੰਗਸ ਹੁੰਦੀਆਂ ਨੇ, ਭਾਵ ਹੁੰਦੇ ਨੇ ਅਨੇਕ ਪ੍ਰਕਾਰ ਦੀਆਂ ਪਰਿਸਥਿਤੀਆਂ ਅਤੇ ਪ੍ਰਭਾਵਾਂ ਕਾਰਨ ਵੀ। ਠੀਕ ਹੈ ਨਾ। ਆਪਾਂ ਕਹਾਂਗੇ ਵੀ ਇਹ ਆਪਾਂ ਬਿਰਤੀਆਂ ਜਿਹੜੀਆਂ ਹੈਗੀਆਂ ਜੁੜੀਆਂ ਹੁੰਦੀਆਂ ਨੇ, ਸਾਡੇ ਮਨ ਦੇ ਵਿੱਚ ਸੰਸਕਾਰ ਬਣਦੇ ਹਨ। ਇਹ ਲੁਪਤ ਜਾਂ ਜਾਗਰਿਤ ਰੂਪ ਵਿੱਚ ਸਾਡੇ ਚੇਤਨ ਅਵਚੇਤਨ ਮਨ ਦਾ ਸਥਾਈ ਅੰਗ ਬਣ ਜਾਂਦੇ ਹਨ। ਰਸ ਸਮੱਗਰੀ ਦੇ ਸਾਹਮਣੇ ਹੋਣ 'ਤੇ ਇਹ ਸਥਾਈ ਭਾਵ ਜਾਗਦੇ ਹਨ ਅਤੇ ਪਰਿਪੱਕ ਹੋ ਕੇ ਰਸ ਵਿੱਚ ਬਦਲ ਜਾਂਦੇ ਹਨ। ਸਥਾਈ ਭਾਵ ਰਸ ਦੀ ਬੁਨਿਆਦ ਹਨ। ਗਿਣਤੀ ਵਿੱਚ ਸਥਾਈ ਭਾਵ 9 ਹਨ ਜੋ ਇਸ ਪ੍ਰਕਾਰ ਹਨ: ਪ੍ਰੀਤ, ਹਾਸਾ, ਸ਼ੋਕ, ਕ੍ਰੋਧ, ਉਤਸ਼ਾਹ, ਭੈ, ਘ੍ਰਿਣਾ, ਆਸ਼ਚਰਜ ਤੇ ਵਿਰਾਗ। ਵਿਭਾਗ ਦੇਖਦੇ ਹਾਂ ਬੱਚੋ। ਵਿਭਾਗ ਕੀ ਹੁੰਦਾ? ਅਜਿਹੀ ਸਮੱਗਰੀ ਜਿਹੜੇ ਮਨ ਵਿੱਚ ਬੈਠੇ ਸਥਾਈ ਭਾਵ ਨੂੰ ਜਗਾਉਣ ਦਾ ਕਾਰਨ ਬਣਦੀ ਹੈ, ਵਿਭਾਵ ਅਖਵਾਉਂਦੀ ਹੈ। ਵਿਭਾਗ ਦੋ ਤਰ੍ਹਾਂ ਦੇ ਮੰਨੇ ਜਾਂਦੇ ਹਨ। ਠੀਕ ਹੈ। ਆਲੰਬਨ ਵਿਭਾਗ ਤੇ ਉਦੀਪਨ ਵਿਭਾਵ। ਠੀਕ ਹੈ। ਆਲੰਬਨ ਦਾ ਅਰਥ ਹੈ ਸਹਾਰਾ ਜਾਂ ਆਸਰਾ। ਆਲੰਬਨ ਵਿਭਾਵ ਰਸ ਦਾ ਆਧਾਰ ਹੁੰਦੇ ਹਨ। ਕੋਸ਼ਗਤ ਅਰਥ ਹਨ ਭੜਕਾਉਣ ਜਾਂ ਉਤੇਜਿਤ ਕਰਨ ਦੀ ਕਿਰਿਆ। ਇਸ ਤਰ੍ਹਾਂ ਕਾਵ ਰਸ ਨੂੰ ਵਧਾਉਣ ਵਾਲੇ ਵਿਭਾਵ ਨੂੰ ਉਦੀਪਨ ਕਿਹਾ ਜਾਂਦਾ ਹੈ। ਠੀਕ ਹੈ ਨਾ। ਕਿਹਾ ਜਾਂਦਾ ਇਸ ਨੂੰ ਬੱਚੋ। ਅਨੁਭਾਵ ਦੇਖਦੇ ਆਪਾਂ ਜਾਂ ਪਰਛਾਵਾਂ ਕਹਿੰਦੇ ਆਪਾਂ ਇਸ ਨੂੰ। ਸਥਾਈ ਭਾਵ ਜਾਗਣ ਤੋਂ ਪਿੱਛੋਂ ਦੀਆਂ ਵਿਭਿੰਨ ਚੇਸ਼ਟਾਵਾਂ ਨੂੰ ਅਨੁਭਵ ਕਿਹਾ ਜਾਂਦਾ ਹੈ। ਆਚਾਰੀਆ ਵਿਸ਼ਵਨਾਥ ਅਨੁਸਾਰ ਆਲੰਬਨ, ਉਦੀਪਨ ਆਦਿ ਕਾਰਨਾਂ ਤੋਂ ਪੈਦਾ ਹੋਏ ਭਾਵ ਦਾ ਬਾਹਰਮੁਖੀ ਪ੍ਰਗਟਾ ਅਨੁਭਵ ਹੁੰਦਾ ਹੈ। ਠੀਕ ਹੈ ਨਾ। ਮਨੁੱਖ ਦੇ ਹਾਵ ਭਾਵ ਤੇ ਹਰਕਤਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਹੜੀ ਭਾਵ ਸਥਿਤੀ ਵਿੱਚ ਡੁੱਬਿਆ ਹੋਇਆ ਹੈ। ਇਹ ਹਾਵ ਭਾਵ ਹਰਕਤਾਂ 4 ਪ੍ਰਕਾਰ ਦੀਆਂ ਮੰਨੀਆਂ ਜਾਂਦੀਆਂ ਹਨ: ਕਾਇਕ ਸਰੀਰਕ ਅੰਗਾਂ ਦੀਆਂ ਹਰਕਤਾਂ, ਵਾਚਿਕ ਬਾਣੀ ਮਤਲਬ ਬੋਲੀ ਨਾਲ ਸੰਬੰਧਿਤ। ਠੀਕ ਹੈ। ਆਹਾਰੀ ਹਾਰ ਸ਼ਿੰਗਾਰ ਦੇ ਨਾਲ, ਸਾਤਵਿਕ ਮਾਨਸਿਕ ਪ੍ਰਭਾਵ। ਠੀਕ ਹੈ। ਸੰਚਾਰੀ ਭਾਵ ਦੇਖਦੇ ਹਾਂ ਬੱਚਿਓ ਆਪਾਂ। ਠੀਕ ਹੈ। ਸਹਿਕਾਰੀ ਭਾਵ ਸੰਚਾਰਸ਼ੀਲ ਤੇ ਅਟਿਕਵੇਂ ਜਾਂ ਅਸਥਿਰ ਮਨੋਵਿਕਾਰਾਂ ਜਾਂ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ ਹੈ। ਇਹ ਸਥਾਈ ਭਾਵਾਂ ਨੂੰ ਪੁਸ਼ਟ ਕਰਕੇ ਰਸ ਦੀ ਪਰਿਪੱਕਤਾ ਲਈ ਲਾਭਦਾਇਕ ਹੁੰਦੇ ਹਨ। ਇਹਨਾਂ ਦੀ ਹੋਂਦ ਜਲ ਤਰੰਗ ਜਾਂ ਪਾਣੀ ਦੇ ਬੁਲਬੁਲਿਆਂ ਵਾਂਗ ਮੰਨੀ ਗਈ ਹੈ। ਸੰਚਾਰੀ ਭਾਵਾਂ ਦਾ ਸੁਭਾਅ ਚੰਚਲ ਹੁੰਦਾ ਹੈ। ਕਾਵ ਨਾਟਕ ਵਿੱਚ ਇਹ ਸੰਚਾਰੀ ਭਾਵ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਤੇ ਤਾਰਿਆਂ ਵਾਂਗ ਜਗਦੇ ਪੁੱਜਦੇ ਹਨ। ਸੁਧਾਰੀਕਰਨ ਦੇਖਦੇ ਆਪਾਂ। ਸੁਧਾਰੀਕਰਨ ਦਾ ਸਿੱਧਾ ਸਾਦਾ ਸ਼ਾਬਦਿਕ ਅਰਥ ਹੈ ਸ਼ਬਦ ਸਧਾਰਨ ਹੋਣਾ, ਖਾਸ ਜਾਂ ਵਿਸ਼ੇਸ਼ ਦਾ ਨਾ ਹੋ ਕੇ ਸਰਬ ਸਾਂਝਾ ਹੋਣਾ। ਸੁਧਾਰੀਕਰਨ ਇੱਕ ਤਰ੍ਹਾਂ ਦੀ ਕਲਾ ਯੁਕਤ ਹੈ ਜੋ ਕਾਵ ਜਾਂ ਨਾਟਕ ਦੀ ਵਿਸ਼ੇਸ਼ ਸ਼ਬਦਾਤਮ ਵਸਤੂ ਨੂੰ ਨਿਰਾਲੀ ਭਾਵ ਸਾਂਝ ਰੂਪ ਵਿੱਚ ਰੂਪਾਂਤਰਿਤ ਕਰਕੇ ਰਸ ਦੀ ਕੋਟੀ ਤੱਕ ਪਹੁੰਚਾ ਦਿੰਦੀ ਹੈ। ਕਵਿਤਾ ਸੁਣ ਰਿਹਾ ਸਰੋਤਾ ਜਾਂ ਨਾਟਕ ਵੇਖ ਰਿਹਾ ਦਰਸ਼ਕ ਇਸ ਤਰ੍ਹਾਂ ਰਸ ਮਗਨ ਹੋ ਜਾਂਦਾ ਹੈ ਕਿ ਉਹ ਕਵੀ ਜਾਂ ਨਾਟਕਕਾਰ ਨਾਲ ਭਾਵਾਤਮਿਕ ਸਾਂਝ ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ। ਇਹ ਇੱਕ ਅਜਿਹੀ ਮਨੋਸਥਿਤੀ ਹੈ ਜਿੱਥੇ ਵਿਸ਼ੇ ਅਤੇ ਪਾਠਕ ਵਿੱਚ ਪੂਰਨ ਸੰਬੰਧ ਪੈਦਾ ਹੋ ਜਾਂਦਾ ਹੈ। ਕਵੀ ਤੇ ਪਾਠਕ ਠੀਕ ਹੈ ਵਿਚਕਾਰ ਜਜ਼ਬਿਆਂ, ਸੁੱਖਾਂ ਦੁੱਖਾਂ ਦੀ ਸਾਂਝ ਪੈਦਾ ਹੋ ਜਾਂਦੀ ਹੈ। ਇਉਂ ਵਿਭਾਵ, ਅਨੁਭਾਵ, ਸਹਿਕਾਰੀ, ਸੰਚਾਰੀ ਅਤੇ ਸਥਾਈ ਭਾਵ ਦੇ ਸਰਬ ਸਾਂਝਾ ਹੋ ਜਾਣ ਦੀ ਕਿਰਿਆ ਹੈ। ਸਧਾਰਨਕਰਨ ਕਹਿੰਦੇ ਆਪਾਂ ਉਸ ਨੂੰ। ਇਸੇ ਕਾਰਨ ਪਾਠਕ, ਦਰਸ਼ਕ ਜਾਂ ਸਰੋਤੇ ਪਾਤਰਾਂ ਦੇ ਦੁੱਖ ਸਮੇਂ ਦੁਖੀ, ਖੁਸ਼ੀ ਸਮੇਂ ਖੁਸ਼ੀ ਅਰਥਾਤ ਉਹਨਾਂ ਵਿੱਚ ਇੱਕ ਮਿਕਤਾ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ। ਰਸ ਦੇ ਪ੍ਰਕਾਰ ਦੇਖਦੇ ਹਾਂ ਬੱਚੋ ਕਿੰਨੇ ਪ੍ਰਕਾਰ ਦੇ ਨੇ ਰਸ। ਠੀਕ ਹੈ ਨਾ। ਆਪਾਂ ਅੱਗੇ ਜਾ ਕੇ ਦੇਖਾਂਗੇ ਤੇ ਇਹ ਕਿੰਨੇ ਪ੍ਰਕਾਰ ਦੇ ਨੇ ਰਸ ਬੱਚੋ। 9 ਪ੍ਰਕਾਰ ਦੇ ਨੇ। ਸ਼ਿੰਗਾਰ ਰਸ। ਠੀਕ ਹੈ ਨਾ। ਇਸ ਦਾ ਭਾਵ ਹੈ ਪ੍ਰੇਮ ਪ੍ਰੀਤ। ਹਾਸ ਰਸ। ਹਾਸ ਰਸ ਕੀ ਹੁੰਦਾ ਹੈ? ਹਾਸਾ। ਕਰੁਣ ਰਸ ਸ਼ੋਕ ਦੁੱਖ। ਰੌਂਦਰ ਠੀਕ ਹੈ ਕ੍ਰੋਧ ਗੁੱਸਾ। ਵੀਰ ਰਸ ਕੀ ਹੁੰਦਾ ਬੱਚੋ? ਉਤਸ਼ਾਹ। ਭਿਆਨਕ ਭਾਵ ਡਰ।
ਅਦਭੁਤ ਰਸ, ਕੋਈ ਅਲੱਗ ਜਿਹੀ ਹੈਰਾਨੀ ਵਾਲੀ ਚੀਜ਼ ਦੇਖ ਲਈ ਹੋਵੇ। ਵਿਪਤਵ ਰਸ ਕੀ ਹੁੰਦਾ ਬੱਚਿਓ? ਵਿਪਤਸ ਰਸ ਹੁੰਦਾ ਹੈ ਘਿਰਣਾ, ਮਤਲਬ ਕਿਸੇ ਨਾਲ ਜਦੋਂ ਆਪਾਂ ਘਿਰਣਾ ਕਰਦੇ ਹਾਂ, ਨਫ਼ਰਤ। ਸ਼ਾਂਤ ਕੀ ਹੁੰਦਾ? ਇਹ ਵਿਰਾਗ ਹੁੰਦਾ, ਠੀਕ ਹੈ ਨਾ। ਸਾਰਿਆਂ ਰਸਾਂ ਵਿੱਚੋਂ ਸ਼ਿੰਗਾਰ ਰਸ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਇਸ ਲਈ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਅਰਥਾਤ ਰਸ ਰਾਜ ਕਿਹਾ ਜਾਂਦਾ ਹੈ। ਕਈ ਵਿਦਵਾਨ ਇਹ ਵੀ ਆਖਦੇ ਹਨ ਕਿ ਅਸਲ ਵਿੱਚ ਇੱਕੋ ਰਸ ਹੈ ਜੋ ਸ਼ਿੰਗਾਰ ਰਸ ਹੈ, ਬਾਕੀ ਰਸ ਤਾਂ ਉਸੇ ਵਿੱਚ ਹੀ ਸਮਾ ਜਾਂਦੇ ਹਨ। ਭੋਜਰਾਜ ਨੇ ਲਿਖਿਆ ਹੈ ਕਿ ਜੇਕਰ ਕਵੀ ਸ਼ਿੰਗਾਰ ਰਸੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋ ਨਿਬੜੇਗਾ, ਨਹੀਂ ਤਾਂ ਸਾਰਾ ਸੰਸਾਰ ਰਸਹੀਣ ਹੋ ਜਾਵੇਗਾ। ਭਰਤ ਮੁਨੀ ਦਾ ਕਹਿਣਾ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਪਵਿੱਤਰ ਤੇ ਉਜਵਲ ਹੈ ਉਹ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੈ। ਸ਼ਿੰਗਾਰ ਰਸ ਦੋ ਤਰ੍ਹਾਂ ਦੇ ਹਨ, ਸੰਯੋਗ ਤੇ ਵਿਯੋਗ ਸ਼ਿੰਗਾਰ ਰਸ, ਠੀਕ ਹੈ ਨਾ। ਤੇ ਆਪਾਂ ਕਹਾਂਗੇ ਅੱਗੇ, ਸ਼ਿੰਗਾਰ ਦਾ ਸਥਾਈ ਭਾਵ ਪ੍ਰੇਮ ਪ੍ਰੀਤ ਹੈ। ਪ੍ਰੀਤਵਾਨ ਨਾਇਕਾ ਵੱਲੋਂ ਮਿਲਣੀ ਦੀ ਖੁਸ਼ੀ, ਵਿਛੋੜੇ ਦੀ ਚੀਸ, ਬਿਰਹੋਂ ਦੀ ਪੀੜ ਜਾਂ ਵਸਲ ਲਈ ਤੜਪ ਤੇ ਵਿਆਕੁਲਤਾ ਆਦਿ ਜੋ ਕੁਝ ਵੀ ਜ਼ਿੰਦਗੀ ਨੂੰ ਰਸੀਲਾ ਬਣਾਉਂਦਾ ਹੈ, ਸਭ ਕੁਝ ਸ਼ਿੰਗਾਰ ਰਸ ਦਾ ਕਮਾਲ ਹੈ। ਪਹਿਲਾਂ ਸੰਜੋਗ ਸ਼ਿੰਗਾਰ ਦੀਆਂ ਉਦਾਹਰਨਾਂ ਵੇਖਦੇ ਹਾਂ ਆਪਾਂ ਬੱਚੋ। ਕੋਈ ਆਇਆ ਸਰਗੀ ਸਾਰ ਮੇਰੇ ਕੋਲ ਤੇ ਮੂੰਹ ਝਾਖਰੇ ਵਿੱਚ, ਠੀਕ ਹੈ, ਸਿੰਝਾਤੇ ਬੋਲ, ਸੁੱਤੇ ਸੂਰਜ ਤੇ ਚੰਦ, ਤਾਰਿਆਂ ਦੇ ਲਿਸ਼ ਲਿਸ਼ ਬੰਦ, ਪਰ ਹੱਸਦੇ ਨੂਰਾਂ ਨਾਲ ਭਰੀ ਮੇਰੀ ਝੋਲ, ਠੀਕ ਹੈ। ਕੁਦਰਤ ਦਾ ਦਿਲ ਖਿੱਚਵਾਂ ਚਿਤਰਣ ਵੀ ਸ਼ਿੰਗਾਰ ਰਸ ਵਿੱਚ ਆਉਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅੱਜ ਕੋਈ ਆਇਆ ਸਾਡੇ ਵਿਹੜੇ ਸੰਜੋਗ ਜਿਹੜਾ ਸ਼ਿੰਗਾਰ ਰਸ ਦੀ, ਅਤੇ ਕਵਿਤਾ ਸਵੇਰ ਵਿਯੋਗ ਸ਼ਿੰਗਾਰ ਰਸ ਦੀ ਉਦਾਹਰਨ ਹੈ, ਠੀਕ ਹੈ ਨਾ। ਸੰਯੋਗ ਜਾਂ ਵਸਲ ਦੇਖਦੇ ਆਪਾਂ। ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਖੇੜੇ, ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ, ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ, ਰੱਖੋ ਨੀ ਇਹਨੂੰ ਚੁੱਕ ਚੁੱਕ ਚਸ਼ਮਾ ਉੱਤੇ, ਕਰੋ ਨੀ ਇਹਨੂੰ ਘੁੱਟ ਘੁੱਟ ਜਿੰਦੇ ਦੇ ਨੇੜੇ, ਪੁੱਛੋ ਨੀ ਇਹ ਕੌਣ ਤੇ ਕਿੱਥੋਂ ਆਇਆ, ਤੱਕੋ ਨੀ ਇਹਦਾ ਰੂਪ ਭੁੱਲਾ ਸਭ ਝੇੜੇ, ਠੀਕ ਹੈ ਨਾ, ਭੁੱਲਾ ਸਭ ਝੇੜੇ। ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਕਿੰਨਾ ਸੁੰਦਰ ਲਿਖਿਆ ਨਾ। ਆਪਾਂ ਬਿਰਹੋਂ ਦੇਖਦੇ ਹਾਂ ਆਪਾਂ। ਸਰਗੀ ਵਰਗੇ ਮੂੰਹ ਦੇ ਬਾਜੋਂ, ਕਿਹੜੇ ਕੰਮ ਸਵੇਰਾਂ ਨੇ, ਯਾਦਾਂ ਭੇਜੇ ਆਪ ਨਾ ਆਵੇ, ਇਹ ਕਹੀਆਂ ਦਿਲਬਰੀਆਂ ਨੇ, ਰਾਤ ਨੀਂਦ ਆਰਾਮ ਨਾ ਆਵੇ, ਦਿਨੇ ਰਹੇ ਨਿਤ ਰਾਹੀਂ, ਹਾਸ਼ਮ ਜਾਨ ਛਡਾਵਣ ਮੁਸ਼ਕਿਲ, ਬੁਰੀ ਇਸ਼ਕ ਦੀ ਫਾਹੀ, ਆਹੀ ਮਾਰੇ ਤੇ ਗਮ ਖਾਵੇ, ਪੀਵੇ ਖੂਨ ਜਿਗਰ ਦਾ, ਰੋਵੇ ਪੀੜ ਕਰੇ ਦਿਲ ਘਾਇਲ, ਜ਼ਖਮੀ ਵਸਲ ਹਿਜਰ ਦਾ, ਠੀਕ ਹੈ, ਸੋਹਣੀ ਮਹਿਵਾਲ ਦੇ ਵਿੱਚੋਂ। ਤੇ ਇਸ ਤਰ੍ਹਾਂ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦਬੀਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਠੀਕ ਹੈ ਬੱਚੋ। ਤੇ ਹੁਣ ਆਪਾਂ ਹਾਸ ਰਸ ਦੀ ਗੱਲ ਕਰਦੇ ਹਾਂ। ਜਦੋਂ ਸਾਨੂੰ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ, ਖੁਸ਼ੀਆਂ ਤੇ ਚਾਅ ਪਲ ਪਲ ਘਟਦੇ ਹਨ, ਉਦੋਂ ਖਿੜਖਿੜ ਕਰਦਾ ਹਾਸਾ ਸਾਨੂੰ ਰੌਣਕਾਂ ਬਖਸ਼ਦਾ ਹੈ। ਇਸ ਰੌਣਕਾਂ ਬਖਸ਼ ਹਾਸੇ ਤੋਂ ਹੀ ਹਾਸ ਰਸ ਉਜਾਗਰ ਹੁੰਦਾ ਹੈ। ਹਾਸ ਰਸ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਹਾਸਾ ਸਾਡਾ ਜੀ ਦੁਖਾਏ, ਇੱਕ ਹਾਸਾ ਸਾਡਾ ਮਨ ਪਰਚਾਵੇ, ਇੱਕ ਸਾਡਾ ਤਣਾਅ ਘਟਾਵੇ, ਇੱਕ ਹਾਸਾ ਸਾਨੂੰ ਚੋਭ ਲਗਾਵੇ, ਇੱਕ ਉਹ ਵੀ ਹਾਸਾ ਹੈ ਜੋ ਸਮਾਜਿਕ ਬੁਰਾਈਆਂ ਨੂੰ ਨਸ਼ਤਰਾਂ ਲਗਾਵੇ। ਪਰ ਕਵੀ ਤੇ ਕਲਾਕਾਰ ਦਾ ਹਾਸਾ ਉਸਾਰੂ ਹੁੰਦਾ ਹੈ। ਮਨੁੱਖੀ ਜੀਵਨ ਵਿੱਚ ਅਨਮੋਲ ਗੱਲਾਂ, ਅਨਮੋਲ ਘਟਨਾਵਾਂ ਅਤੇ ਹੋਰ ਅਜੋੜ ਤੇ ਅਨਮੋਲ ਹਰਕਤਾਂ ਦਾ ਹਸਾਉਣਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਲੋਚਾ ਰੱਖਦਾ ਹੈ। ਇਹ ਸਾਹਿਤਕ ਹਾਸਾ ਹੈ। ਅਸਲ ਵਿੱਚ ਸਾਹਿਤਕ ਹਾਸਾ ਦੋ ਧਾਰੀ ਤਲਵਾਰ ਹੈ। ਉੱਪਰੋਂ ਇਹ ਹੌਲਾ ਫੁੱਲ ਦਿਸਦਾ ਹੈ, ਪਰ ਵਿੱਚੋਂ ਇਹ ਕੋਈ ਡੂੰਘੀ ਮਾਰ ਕਰਦਾ ਹੈ। ਸਾਹਿਤਕ ਹਾਸਾ ਕਾਟ ਵੀ ਕਰਦਾ ਹੈ, ਪਰ ਪੀੜ ਨਹੀਂ ਹੋਣ ਦਿੰਦਾ। ਹਾਸੇ ਦੀ, ਠੀਕ ਹੈ ਨਾ, ਵਿਅੰਗੋਤਕੀ ਕਮਾਲ ਹੈ ਕਿ ਇਹ ਵਿਅਕਤੀ ਜਾਂ ਸਮਾਜ ਨੂੰ ਉਸ ਦੀਆਂ ਕਮੀਆਂ ਤੋਂ ਖਬਰਦਾਰ ਕਰਕੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਯਤਨਸ਼ੀਲ ਹੁੰਦੀ ਹੈ। ਪੰਜਾਬੀ ਸਾਹਿਤ ਵਿੱਚ ਸੁਥਰਾ,
ਬੁੱਲੇ ਸ਼ਾਹ ਦੇ ਹਾਸ ਰਸੀ ਕਾਬੁਲ ਝਲਕਦੇ ਹਨ। ਠੀਕ ਹੈ ਨਾ, ਜਿਵੇਂ ਕਿ ਦੇਖਦੇ ਹਾਂ ਆਪਾਂ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਇਆ। ਬੁੱਲਾ ਕਹਿੰਦਾ ਹੈ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ। ਚਰਨ ਸਿੰਘ ਸ਼ਹੀਦ ਪਾਤਸ਼ਾਹੀਆਂ, ਠੀਕ ਹੈ, ਈਸ਼ਰ ਸਿੰਘ ਭਈਆ, ਸੂਬਾ ਸਿੰਘ, ਡਾਕਟਰ ਗੁਰਨਾਮ ਸਿੰਘ ਤੀਰ ਵੀ ਹਾਸ ਰਸੀ ਕਵੀ ਹੋਏ ਹਨ। ਤੀਰ ਨੇ ਰਾਂਝੇ ਦਾ ਮੈਮੋਰੰਡਮ ਵਿੱਚ ਰਾਂਝੇ ਦਾ, ਠੀਕ ਹੈ, ਅੰਗਰੇਜ਼ੀਕਰਨ ਕੀਤਾ ਹੈ। ਵੰਨਗੀ ਦੇਖਦੇ ਹਾਂ। ਮੈਡਮ ਕੀ ਆਖਾਂ ਤੈਨੂੰ, ਕਿਵੇਂ ਆਖਾਂ, ਅੱਜ ਆਖਣੇ ਦੀ ਪੈ ਗਈ ਲੋੜ ਹੀਰੇ, ਫਸਟ ਏਡ ਦੇ ਥਾਂ ਤੂੰ ਰੇਡ ਕੀਤਾ, ਸਾਡਾ ਹਿੱਲਿਆ ਏ ਜੋੜ ਜੋੜ ਹੀਰੇ। ਜੇ ਤੂੰ ਖੇੜਿਆਂ ਬਾਜ ਨਹੀਂ ਰਹਿ ਸਕਦੀ, ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ। ਠੀਕ ਹੈ ਨਾ, ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ। ਠੀਕ ਹੈ ਨਾ, ਦੇਖੋ ਕਿੰਨਾ ਸੋਹਣਾ ਲਿਖਿਆ। ਮੇਰੇ ਟੀਏ ਤੇ ਡੀਏ ਦਾ ਕਰ ਲੇਖਾ, ਮੈਂ ਨਾ ਮੰਗਦਾ ਲੱਖ ਕਰੋੜ ਹੀਰੇ। ਹੀਰਾ ਹੋਰ ਨਹੀਂ ਜੱਗ ਵਿੱਚ ਬਹੁਤ ਹੀਰਾ, ਐਪਰ ਰਾਂਝਿਆਂ ਦੀ ਸ਼ਾਰਟੇਜ ਹੀਰੇ। ਇੱਥੇ ਚੱਲਦੀ ਬੜੀ, ਠੀਕ ਆ, ਫਲਰਟੇਸ਼ਨ, ਸੱਚੇ ਆਸ਼ਕਾਂ ਦੀ ਨਹੀਂਓ ਏਜ ਹੀਰੇ। ਹਿੰਦੂ ਕੋਡ ਵਿਰਾਸਤ ਦਾ ਬਿੱਲ ਪੜ੍ਹ ਲੈ, ਹੁਣ ਹੋਰ ਤੇ ਹੋਰ ਦਹੇਜ ਹੀਰੇ। ਮੇਰੀ ਮੰਨ ਲੈ ਰਲ ਕੇ ਕੰਮ ਕਰੀਏ, ਲਿਖੇ ਹਿਸਟਰੀ ਦਾ ਨਵਾਂ ਪੇਜ ਹੀਰੇ। ਦੇਖੋ ਫਿਰ ਕਿੰਨਾ ਸੋਹਣਾ ਲਿਖਿਆ। ਅੱਗੇ ਆ ਗਿਆ ਕਰੁਣ ਰਸ। ਠੀਕ ਹੈ ਨਾ, ਵਿਸ਼ਵਨਾਥ ਨੇ ਲਿਖਿਆ ਹੈ ਕਿ, ਠੀਕ ਹੈ, ਮਨਚਾਹਤ ਪ੍ਰਿਯ ਵਸਤੂ ਦੇ ਨਾ ਮਿਲਣ ਅਤੇ ਅਣਚਾਹਤ ਦੀ ਪ੍ਰਾਪਤੀ ਕਰਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ ਹੋਵੇ, ਉੱਥੇ ਕਰੁਣ ਰਸ ਦਾ ਪ੍ਰਗਟਾਅ ਹੁੰਦਾ ਹੈ। ਕਰੁਣ ਰਸ ਦਾ ਅਨੁਭਵ ਬਹੁਤ ਤੀਬਰ ਹੁੰਦਾ ਹੈ, ਤਿੱਖਾ ਹੁੰਦਾ ਹੈ, ਕਿਉਂਕਿ ਇਸ ਵਿੱਚ ਹਮਦਰਦੀ ਤੇ ਸੰਵੇਦਨਾ ਡੂੰਘੀ ਹੁੰਦੀ ਹੈ। ਹਮਦਰਦੀ ਸਭ ਤੋਂ ਵੱਧ ਕੋਮਲ ਭਾਵ ਹੈ। ਮਨੁੱਖ ਆਪਣੇ ਪ੍ਰਿਯਜਨ ਦੇ ਸ਼ੋਕ ਵਿੱਚ ਇੰਨਾ ਪਿਘਲ ਜਾਂਦਾ ਹੈ ਕਿ ਕੁੱਲ ਦੁਨੀਆ ਦੇ ਦਰਦ ਵਿੱਚ ਉਸ ਦਾ ਰੋਮ ਰੋਮ ਪੀੜਤ ਹੋ ਉੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਰੁਣਾ ਭਾਵ ਵਿੱਚ ਪਸੀਜ ਕੇ ਹੀ ਰੱਬ ਨੂੰ ਉਲਾਂਭਾ ਦਿੱਤਾ ਤੇ ਕਿਹਾ, ਇੱਤੀ ਮਾਰ ਪਈ ਕੁਰਲਾਣੀ, ਤੈਂ ਕੀ ਦਰਦ ਨਾ ਆਇਆ। ਠੀਕ ਹੈ ਨਾ, ਤੇ ਇਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਉਹਨਾਂ ਦੀ ਜਿਹੜੀ ਤਰਸ ਤੇ ਕਰੁਣਾ ਦੀ ਭਾਵਨਾ ਠਾਠਾ ਮਾਰ ਰਹੀ ਸੀ। ਅੰਗਰੇਜ਼ਾਂ ਹੱਥੋਂ ਸਿੱਖਾਂ ਦੀ ਹਾਰ ਨੂੰ ਵੇਖ ਕੇ ਸ਼ਾਹ ਮੁਹੰਮਦ ਨੇ ਦਰਦ ਤੇ ਕਰੁਣਾ ਵਿੱਚ ਇੰਝ ਲਿਖਿਆ, ਅੱਜ ਹੋਵੇ ਸਰਕਾਰ ਦਾ ਮੁੱਲ ਪਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੇ ਆਪਾਂ ਦੇਖਦੇ ਹਾਂ ਅੰਮ੍ਰਿਤਾ ਪ੍ਰੀਤਮ ਜੀ ਨੇ ਹਿੰਦ ਪਾਕ ਦੀ ਵੰਡ ਵੇਲੇ ਕਿਹੜੀ ਕਵਿਤਾ ਲਿਖੀ ਹੈ। ਠੀਕ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਵੇ ਦਰਦ ਮੰਦਾ ਦਿਆ ਦਰਦਿਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵੇਚੀਆਂ ਤੇ ਲਹੂ ਦੀ ਭਰੀ ਚਨਾਬ। ਠੀਕ ਹੈ ਨਾ, ਤੇ ਅੱਗੇ ਆ ਗਿਆ, ਚਿਨ ਸਿਰ ਸੋਹਣ ਪੱਟੀਆਂ ਮਾਂਗੀ ਪਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ ਬਾਬਾ ਆਦੇਸ। ਠੀਕ ਹੈ, ਜਾਂ ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ। ਠੀਕ ਹੈ ਨਾ, ਬਹੁਤ ਸੋਹਣਾ ਲਿਖਿਆ ਪ੍ਰੋਫੈਸਰ ਮੋਹਨ ਸਿੰਘ ਜੀ ਨੇ। ਠੀਕ ਹੈ, ਅੱਗੇ ਆ ਗਿਆ ਰੌਦਰ ਰਸ। ਰੌਦਰ ਮਤਲਬ ਗੁੱਸਾ, ਕ੍ਰੋਧ, ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ ਨਿਰਾਦਰੀ ਕੀਤੀ ਜਾਂਦੀ ਹੈ ਅਤੇ ਦੇਸ਼ ਤੇ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ, ਉੱਥੇ ਬਦਲੇ ਦੀ ਭਾਵਨਾ ਵਿੱਚ ਕ੍ਰੋਧ ਭਾਵ ਜਾਗਦਾ ਹੈ, ਤਾਂ ਉੱਥੇ ਰੌਦਰ ਰਸ ਦਾ ਪ੍ਰਗਟਾਵਾ ਹੁੰਦਾ ਹੈ। ਜਿੱਥੇ ਕਵਿਤਾ ਜਾਂ ਨਾਟਕਾਂ ਦੇ ਦ੍ਰਿਸ਼ਾਂ ਵਿੱਚ ਅੰਗਾਂ ਦਾ ਲਹੂ ਲਹਾਣਾ ਹੋਣਾ ਚਿਤਰਿਆ ਜਾਂਦਾ ਹੈ, ਮਾਰੋ ਕੱਟੋ ਵੱਢੋ ਦੇ ਲਲਕਾਰੇ ਲਾਏ ਜਾਂਦੇ ਹਨ, ਜਿੱਥੇ ਮੌਤ ਨੰਗਾ ਨਾਚ ਨੱਚਦੀ ਹੈ, ਉੱਥੇ ਰੌਦਰ ਰਸ ਪੂਰੇ ਜੋਬਨ 'ਤੇ ਹੁੰਦਾ ਹੈ। ਠੀਕ ਹੈ ਨਾ, ਆਲੋਚਕਾਂ ਨੇ ਵੀਰ ਰਸ ਤੇ ਰੌਦਰ ਰਸ ਦੇ ਦਰਮਿਆਨ ਬਹੁਤ ਸੂਖਮ ਥੋੜ੍ਹਾ ਫਰਕ ਬਿਆਨ ਕੀਤਾ ਹੈ। ਵੀਰ ਰਸ, ਠੀਕ ਹੈ, ਦਾ ਸਥਾਈ ਭਾਵ ਹੈ ਉਤਸ਼ਾਹ ਅਤੇ ਰੌਦਰ ਰਸ ਦਾ ਹੈ ਗੁੱਸਾ। ਉਤਸ਼ਾਹ ਵਿੱਚ ਆਦਮੀ ਵਿਵੇਕ ਹੁੰਦਾ ਹੈ ਅਤੇ ਭਲੇ ਬੁਰੇ ਦੀ ਪਛਾਣ ਕਰਦਾ ਹੈ। ਠੀਕ ਹੈ, ਗੁੱਸੇ ਵਿੱਚ ਕਾਬੂ ਰੱਖਦਾ ਹੈ, ਉੱਚੇ ਆਦਰਸ਼ ਲਈ ਜੂਝਦਾ ਹੈ, ਪਰ ਦੂਜੇ ਪਾਸੇ ਰੌਦਰ ਰਸ ਦੇ ਵਿੱਚ ਸਥਾਈ ਭਾਵ ਕ੍ਰੋਧ ਵਿੱਚ ਆਦਮੀ ਜਿਹੜਾ ਵਿਵੇਕ ਸਮਝਦਾਰੀ ਹੈ ਉਹਨੂੰ ਛੱਡ ਦਿੰਦਾ ਹੈ।
ਜਾਇਜ਼ ਨਜਾਇਜ਼ ਕੰਮ ਖਾਤਰ ਮੌਤ ਨਾਲ ਖੇਡਦਾ ਹੈ। ਗੁਰਬਾਣੀ ਵਿੱਚ ਕ੍ਰੋਧ ਨੂੰ ਚੰਡਾਲ, ਵਿਕਰਾਲ ਤੇ ਬੇਤਰਸ ਕਿਹਾ ਗਿਆ ਹੈ। ਗੁਰੂ ਵਾਕ ਹੈ, ਉਹਨਾਂ ਪਾਸ ਦੁਆਸ ਨਾ ਪਿਟੀਐ ਜਿਨ ਅੰਤਰ ਕ੍ਰੋਧ ਚੰਡਾਲ। ਠੀਕ ਹੈ, ਕ੍ਰੋਧੀ ਮਨੋਬਿਰਤੀ ਵਿੱਚ ਕਲਹ, ਲੜਾਈ ਝਗੜਾ ਤੇ ਵਾਦ ਵਿਵਾਦ ਉਪਜਦੇ ਹਨ। ਇਸ ਲਈ ਕਵੀ ਨਾਟਕਕਾਰ ਮੌਕੇ ਮੁਤਾਬਕ ਆਪਣੇ ਪਾਤਰਾਂ ਦੇ ਕ੍ਰੋਧ ਭਾਵ ਨੂੰ ਇਸ ਤਰ੍ਹਾਂ ਚਿਤਰਿਤ ਕਰਦਾ ਹੈ ਕਿ ਸਾਰਾ ਵਾਤਾਵਰਨ ਰੌਦਰਮਈ ਹੋ ਜਾਂਦਾ ਹੈ ਤੇ ਪਾਠਕ ਦਰਸ਼ਕ ਰੌਦਰ ਰਸ ਨੂੰ ਮਾਣਦਾ ਹੈ। ਜਿਵੇਂ ਉਦਾਹਰਨਾਂ ਦਿੰਦੇ ਹਾਂ, ਫੌਜਾਂ ਦੋਹਾਂ ਮੁਕਾਬਲਾ ਜਿਉ ਬਰਸਣ ਆਈਆਂ, ਬੰਦੂਕਾਂ ਦੀਆਂ ਗੋਲੀਆਂ ਕੋਹ ਪਵਨ ਵਸਾਈਆਂ। ਗੱਜਣ ਤੋਪਾਂ ਡਾਇਣੀ ਜਿਉ ਘਣੀਅਰ ਆਈਆਂ, ਘਾਈਆਂ ਤੂੰ ਮਿਆਣੋਂ ਕੱਢੀਆਂ ਰਣ ਵਿੱਚ ਚਲਾਈਆਂ। ਠੀਕ ਹੈ, ਅੱਗੇ ਆ ਗਿਆ ਜਾਂ ਆਕਿਲ ਤੁਬਕ ਵਜੂਤੀਆਂ ਪਰ ਵਜ਼ਨ ਸੰਭਾਲੀ, ਉਹਨੂੰ ਢਾਡ ਅਲੰਬੇ ਆਤਸ਼ੋਂ ਭੁੱਖ ਭੱਤੇ ਜਾਲੀ, ਉਹਦਾ ਕੜਕ ਪਿਆਲਾ ਉੱਠਿਆ ਭੰਨ ਗਈ ਹੈ ਨਾਲੀ, ਉਸ ਦੂਰੋਂ ਡਿੱਠਾ ਆਮਦਾ ਫਿਰ ਸ਼ਾਹ ਗਿਜ਼ਾਲੀ, ਉਸ ਲੱਗਦੀ ਬੱਬਰ ਬੋਲਿਆ ਜਿਵੇਂ ਖੋੜੀ ਥਾਲੀ, ਜਿਵੇਂ ਲਾਟੂ ਟੂਟਾ ਡੋਰ ਤੋਂ ਪਾ ਗਿਰਦ ਭੰਬਾਲੀ, ਅੱਗ ਥੋੜ੍ਹੀ ਥੋੜ੍ਹੀ ਸੁਲਗਦੀ ਫਿਰ ਆਕਲ ਬਾਲੀ। ਠੀਕ ਹੈ, ਅੱਗੇ ਆਪਣੀਆਂ ਦੇਖਦੇ ਹਾਂ ਬੀਰ ਰਸ ਦੇਖਦੇ ਹਾਂ ਬੱਚੋ। ਉਤਸ਼ਾਹ ਜਿਹਦੇ ਵਿੱਚ ਸਮਝਦਾਰੀ ਵੀ ਹੁੰਦੀ ਹੈ ਅਤੇ ਉਤਸ਼ਾਹ ਵੀ ਹੁੰਦਾ ਹੈ। ਠੀਕ ਹੈ ਨਾ, ਅਤੇ ਆਪਾਂ ਕਹਿੰਦੇ ਹਾਂ ਵੀ ਹੌਸਲਾ ਹੁੰਦਾ, ਇਹਦੇ ਵਿੱਚ ਬਹੁਤ ਹੌਸਲੇ ਭਰਪੂਰ ਕਿਰਿਆ ਹੈ। ਇਹ ਉਤਸ਼ਾਹ ਭਾਵ ਰਣ ਭੂਮੀ ਵਿੱਚ ਅਤੇ ਉਸ ਤੋਂ ਬਾਹਰ ਧਰਮ ਦੀ ਰਕਸ਼ਾ ਲਈ ਅਤੇ ਗਰੀਬਾਂ ਦੇ ਦਾਨਹੀਣ ਲੋਕਾਂ ਨੂੰ ਦਾਨ ਦੇਣ ਲਈ ਵੀ ਹੋ ਸਕਦਾ ਹੈ। ਉੱਥੇ ਵੀ ਵੀਰ ਰਸ ਝਲਕਦਾ ਹੈ, ਜਿਸ ਸਥਿਤੀ ਵਿੱਚ ਵੀਰ ਰਸ ਦੀਆਂ ਧਰਮਵੀਰ ਅਤੇ ਦਾਨਵੀਰ ਕਿਸਮਾਂ ਮੰਨੀਆਂ ਜਾਂਦੀਆਂ ਹਨ। ਇਹਨਾਂ ਸਾਰੀਆਂ ਕਿਸਮਾਂ ਦਾ ਸਥਾਈ ਭਾਵ ਹੈ ਉਤਸ਼ਾਹ। ਠੀਕ ਹੈ ਨਾ, ਇਸ ਤਰ੍ਹਾਂ ਯੁੱਧਵੀਰ, ਧਰਮਵੀਰ, ਦਾਨਵੀਰ ਅਤੇ ਦਇਆਵੀਰ ਸਾਰੇ ਵੀਰ ਰਸ ਦੇ ਅੰਤਰਗਤ ਹੀ ਸ਼ਾਮਿਲ ਹੁੰਦੇ ਹਨ। ਪੰਜਾਬੀ ਦੇ ਵਾਰ ਸਾਹਿਤ ਵਿੱਚ ਵੀਰ ਰਸ ਦੀਆਂ ਬਹੁਤ ਸਾਰੀਆਂ ਵੰਨਗੀਆਂ ਮਿਲਦੀਆਂ ਹਨ ਬੱਚੋ। ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਦੇ ਵਿੱਚ ਵੀਰ ਰਸ ਦਾ ਉੱਤਮ ਨਮੂਨਾ ਇਹ ਸ਼ਾਹ ਮੁਹੰਮਦ ਦੇ ਜੰਗਨਾਮਾ। ਠੀਕ ਹੈ, ਸਿੰਘਾਂ ਦੇ ਫਰੰਗੀਆਂ ਦਾ ਵੀ ਬਹੁਤ ਵਧੀਆ ਹੈ। ਠੀਕ ਹੈ ਨਾ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਠੀਕ ਹੈ ਵਾਂਗੂ ਨਿੰਬੂਆਂ ਲਹੂ ਨਿਚੋੜ ਦਿੱਤੇ। ਜਾਂ ਠੀਕ ਹੈ, ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤਰ ਸਰਦਾਰਾਂ ਦੇ ਸ਼ੈਲ ਬਾਂਕੇ, ਜਿਉਂ ਬੇਲਿਓ ਨਿਕਲਦੇ ਸ਼ੇਰ ਮੀਆਂ। ਅੱਗੇ ਆਪਾਂ ਕਹਾਂਗੇ ਵੀ ਦਸ਼ਮੇਸ਼ ਗੁਰੂ ਦੀ ਠੀਕ ਹੈ ਮੋਹਰ ਛਾਪ ਲੱਗੇ ਹੋਏ ਇਹ ਅਲੌਕਿਕ ਪ੍ਰਤੀਕਿਆ ਬਚਨ ਨਿਰਾਸ਼ ਤੇ ਹਤਾਸ਼ ਲੋਕਾਂ ਨੂੰ ਦੇ ਅੰਦਰ ਵੀ ਵੀਰਤਾ ਦਾ ਸੰਚਾਰ ਕਰਦੇ ਹਨ। ਭੇੜੋਂ ਕੋ ਮੈਂ ਸ਼ੇਰ ਬਣਾਊਂ, ਰਾਠਣ ਕੇ ਸੰਗ ਰੰਕ ਲੜਾਊਂ, ਭੂਪ ਗਰੀਬਨ ਕੋ कहवाऊँ, चिड़ियों से मैं बाज तोड़ाऊँ, 1.25 लाख से एक लड़ाऊँ, तबै गोबिंद ਸਿੰਘ ਨਾਮ ਧਰਾऊँ। ਠੀਕ ਹੈ ਨਾ, ਫਿਰ ਵੀਰ ਰਸ ਦੀਆਂ ਉਦਾਹਰਨਾਂ ਦੇਖਦੇ ਹਾਂ ਆਪਾਂ ਚੰਡੀ ਦੀ ਵਾਰ ਦੇ ਵਿੱਚੋਂ। ਜੰਗ ਮੁਸਾਫਾ ਬੱਜਿਆ, ਰਣ ਘੁਰੇ ਨਗਾਰੇ ਚਾਵਲੇ, ਝੁੱਲਣ ਨੇਜੇ ਬੇਰਕਾਂ, ਨਿਸ਼ਾਨ ਲਸਣ ਲਸਾਵਲੇ, ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ, ਦੁਰਗਾ ਦਾਨੋ ਡਹੇ ਰਣ, ਨਾਦ ਵੱਜਣ ਖੇਤ ਪਿਹਾਵਲੇ, ਵੀਰ ਪਰੋਤੇ ਬਰਛੀਏ, ਜਨ ਡਾਲ ਚੁਮੱਟੇ ਆਵਲੇ, ਇੱਕ ਵੱਡੇ ਤੇਂਗੀ ਤੜਫੀਅਣ, ਮਦ ਪੀਤੇ ਲੋਟਣ ਬਾਵਲੇ, ਇੱਕ ਚੁਣ ਚੁਣ ਝਾੜੂ ਕੱਢੀਅਣ, ਰੇਤ ਵਿੱਚੋਂ ਸੋਇਨਾ ਡਾਵਲੇ, ਗਦਾਂ ਤਿਰਸੂਲਾਂ ਬਰਛੀਆਂ, ਤੀਰ ਵਗਣ ਖਰੇ ਉਤਾਵਲੇ, ਜਨ ਡਸੇ ਭੁਜੰਗ ਮੁਸਾਵਲੇ। ਠੀਕ ਹੈ ਨਾ ਬੱਚੋ, ਅਤੇ ਆਪਾਂ ਦੇਖਦੇ ਨਜਾਬਤ ਦੀ ਇੱਕ ਉਦਾਹਰਨ ਲੈ ਲੈਂਦੇ ਹਾਂ। ਉਹ ਜੁਟ ਪਏ ਦੋਵੇਂ ਸੂਰਮੇ, ਰਣ ਘੱਗੇ ਹਾਰੇ, ਉਹ ਮਾਰਨ ਸੱਟ ਵਦਾਣ ਵਾਂਗ ਹੋ ਪੱਬਾਂ ਭਾਰੇ, ਕਰ ਝਟਕ ਕੜਕ ਕੜਕ ਕੜਕ, ਢਾਲੀ ਬਲ ਖਾਰੀ। ਠੀਕ ਹੈ, ਭਿਆਨਕ ਰਸ ਦੇਖਦੇ ਹਾਂ ਬੱਚੋ। ਭਿਆਨਕ ਕਿਸੇ ਡਰਾਉਣੀ ਸ਼ੈ ਨੂੰ ਵੇਖ ਕੇ ਸੁਣਨ ਕਰਕੇ ਅੰਤਰ ਮਨ ਵਿੱਚ ਜਦੋਂ ਭੈ ਉਪਜਦਾ ਹੈ, ਡਰ ਉਪਜਦਾ ਹੈ, ਠੀਕ ਹੈ, ਉਹ ਕੀ ਹੈ, ਭਿਆਨਕ ਰਸ ਹੈ। ਵਿਦਵਾਨਾਂ ਲਿਖਿਆ ਕਿ ਚਿੱਤ ਦੀ ਬੇਚੈਨੀ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਂਡੋਲ ਅਵਸਥਾ ਭੈ ਹੈ। ਸ਼ੇਰ, ਸੱਪ ਆਦਿ ਮਾਰਖੰਡੇ ਜਾਨਵਰ, ਘੋਰ ਜੰਗਲ ਬਿਆਬਾਨ, ਭੂਤ ਪ੍ਰੇਤ ਦੀ ਕਲਪਨਾ, ਸ਼ਮਸ਼ਾਨ ਭੂਮੀ, ਦੁਸ਼ਮਣਾਂ ਦਾ ਖਿਆਲ ਆਦਿ ਭਿਆਨਕ ਰਸ ਦੇ ਕਾਰਨ ਹਨ। ਇਹਨਾਂ ਕਾਰਨਾਂ ਕਰਕੇ ਭੈਭੀਤ ਬੰਦੇ ਨੂੰ ਰੋਮਾਂਚ, ਕੰਬਣੀ, ਮੁੜਕਾ, ਪਸੀਨਾ, ਰੰਗ ਬਿਰੰਗ ਸਾਰਾ ਕੁਛ ਹੁੰਦਾ ਹੈ। ਰੋਣਾ, ਸ਼ੋਰ ਮਚਾਉਣਾ, ਬੁੱਲਾਂ ਦਾ ਫੜਕਣਾ ਆਦਿ ਹੁੰਦਾ ਹੈ। ਠੀਕ ਹੈ ਨਾ, ਕਵੀ ਨਾਟਕਕਾਰ ਦੀਆਂ ਰਚਨਾਵਾਂ ਵਿੱਚ ਜਦ ਅਜਿਹੀ ਰਸ ਸਮੱਗਰੀ ਦਰਸ਼ਕਾਂ ਸਰੋਤਿਆਂ ਦੇ ਸਾਹਮਣੇ ਪੇਸ਼ ਹੁੰਦੀ ਹੈ ਤਾਂ ਇਸ ਤਰ੍ਹਾਂ ਡਰਾਉਣੇ ਵਾਯੂਮੰਡਲ ਦਾ ਅਹਿਸਾਸ ਕਰਕੇ ਉਹਨਾਂ ਦੇ
ਮਨ ਚਿੱਤ ਵਿੱਚ ਭਿਆਨਕ ਰਸ ਦਾ ਸੋਝ ਸਵਾਦ ਪਸਰ ਜਾਂਦਾ ਹੈ। ਪੰਜਾਬ ਦੇ ਧਾਰਮਿਕ ਸਮਾਗਮਾਂ ਵਿੱਚ ਇਹ ਲੋਕ ਧਾਰਨਾ ਬਹੁਤ ਮਸ਼ਹੂਰ ਹੈ ਕਿ ਅੱਗੇ ਭੀੜੀਆਂ ਸੁਣੀਂਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਜਾਣਗੇ, ਅਤੇ ਜਦੋਂ ਪੁੱਠਾ ਲਮਕਦਾ ਸੀ ਜਾਂ ਪੁੱਠਾ ਲੜਕਦਾ ਸੀ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਸ਼ਬਦਾਂ ਦੀ ਇਹ ਧਾਰਨਾ ਭਿਆਨਕ ਰਸ ਦਾ ਅਹਿਸਾਸ ਉਜਾਗਰ ਕਰਦੀ ਹੈ। ਕਬੀਰ ਬਾਣੀ ਵਿੱਚ ਪਾਪੀ ਮਨੁੱਖ ਦੇ ਪਲਟ ਦੀ ਜੂਨ ਵਿੱਚ ਪੈ ਜਾਣ ਦਾ ਭੈਦਾਇਕ ਚਿੱਤਰ ਪੇਸ਼ ਕੀਤਾ ਗਿਆ ਹੈ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਾਈ ਹੈ, ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂੜ ਲੁਕਾਈ ਹੈ। ਠੀਕ ਹੈ ਨਾ। ਹਰ ਬਿਨ ਬੈਲ ਬਿਰਾਨੇ हुई है, फाटे नाकन टूटे कांधन कोदू को पुस खाई है। ठीक है ना। अर्थात चार पैर दो सिंग होणगे, बेजान होएगा, उठते बैठते सोटे वजणगे, कित्थे सिर लुकावेगा, नक पाटा होवेगा, मोढे ਜ਼ਖਮੀ ਹੋਣਗੇ ਅਤੇ ਕੋਦਰੇ ਦਾ ਠੀਕ ਆ ਮਤਲਬ ਤੂੜੀ ਤੈਨੂੰ ਖਾਣੀ ਪਊਗੀ। ਠੀਕ ਹੈ ਨਾ। ਹੋਰ ਉਦਾਹਰਨਾਂ ਦੇਖਿਆ। ਦੋ ਹੀ ਦਲੀ ਮੁਕਾਬਲੇ ਰਣ ਸੂਰੇ ਗੜਕਣ, ਚੜ ਤੋਪਾਂ ਗੱਡੀ ਢੁੱਕੀਆਂ, ਲੱਖ ਸੰਗਲ ਖੜਕਣ, ਉਹ ਦਾਰੂ ਖਾਂਦੀਆਂ ਕੋਹਲੀਆਂ ਮਣ ਗੋਲੇ ਰੜਕਣ, ਉਹ ਦਾਗ ਪਲੀਤੇ ਛੱਡੀਆਂ ਵਾਂਗ ਬੱਦਲ ਕੜਕਣ। ਠੀਕ ਹੈ ਨਾ। ਤੇ ਅੱਗੇ ਆ ਗਿਆ, ਜਿਉਂ ਦਰ ਖੁੱਲੇ ਦੋਸਕਾਂ ਮੂੰਹ ਭਾਹੀਂ ਭੜਕਣ, ਜੋ ਝਾਂਬੇ ਮਾਰੇ ਪੱਖਣੂ ਵਿੱਚ ਬਾਗਾਂ ਫੜਕਣ, ਝੜੇ ਤੁਰਟੇ ਹੰਬਲਾ ਵਾਂਗ ਮੱਛਾਂ ਤੜਫਣ, ਜੋ ਝੱਲੀ ਅੱਗਾਂ ਲੱਗੀਆਂ ਰਣਸੂਰੇ ਤੜਕਣ, ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ। ਘ੍ਰਿਣਾ ਜਾਂ ਸੂਗ ਦੇ ਆਧਾਰਿਤ ਬੀਭਤਸ ਰਸ ਇਹ ਹਕੀਕਤ ਦੀ ਯੋਗ ਮਿਸਾਲ ਹੈ ਕਿ ਆਮ ਦੁਨਿਆਵੀ ਜੀਵਨ ਵਿੱਚ ਸਰੀਰਕ ਪੱਧਰ 'ਤੇ ਜੋ ਕੁਝ ਵੀ ਘ੍ਰਿਣ ਤੇ ਸੂਗ ਉਪਜਾਊ ਵਸਤੂਆਂ ਤੇ ਨਜ਼ਾਰੇ, ਉਹ ਸਾਰੇ ਸੋਝ ਕਲਾ ਦੇ ਸੰਸਾਰ ਵਿੱਚ ਕਵੀ, ਨਾਟਕਕਾਰ ਤੇ ਸਾਹਿਤਕਾਰ ਦੇ ਹੱਥੋਂ ਮਨੋਭਾਵਾਂ ਵਾਯੂ ਮੰਡਲ ਵਿੱਚ ਦਾਖਲ ਹੋ ਕੇ ਠੀਕ ਹੈ ਸੋਝ ਆਤਮਿਕ ਸਵਾਦ ਦੇ ਵਸੀਲੇ ਬਣ ਜਾਂਦੇ ਹਨ। ਬੀਭਤਸ ਰਸ ਮਤਲਬ ਸੋਗ ਹੋਵੇ ਬੱਚੋ ਜਿੱਥੇ ਹੈ ਨਾ ਵੀ ਮਤਲਬ ਚਰਬੀ, ਸੜਾਂਦ, ਹਵਾੜ, ਮੁੱਲ ਮੂਤਰ, ਹੱਡਾ ਰੋੜੀ, ਠੀਕ ਹੈ, ਘਿਨਾਉਣੀਆਂ ਚੀਜ਼ਾਂ, ਘ੍ਰਿਣਾਜਨਕ ਕੁਕਰਮਾਂ, ਠੀਕ ਹੈ, ਕਾਵਿਕਤ ਵਰਣਨ ਜਾਂ ਨਾਟਕੀ ਪੇਸ਼ਕਾਰੀ ਜਦੋਂ ਕੋਈ ਕਰਦਾ ਨਾ, ਹਿਰਦੇ ਦੇ ਵਿੱਚ ਵੀ ਇਹੋ ਜਿਹੇ ਭਾਵ ਪ੍ਰਗਟ ਹੁੰਦੇ ਨੇ। ਠੀਕ ਹੈ ਨਾ। ਕਈ ਲੋਚਕਾਂ ਨੇ ਬੀਭਤਸ ਰਸ ਪ੍ਰਵਾਨ ਨਹੀਂ, ਕਿਉਂਕਿ ਰਚਨਾ ਬੀਭਤਸ ਨੂੰ ਪ੍ਰਮੁੱਖ ਵਿਸ਼ੇ ਬਣਾ ਕੇ ਲਿਖੀ ਨਹੀਂ ਜਾਂਦੀ, ਪਰ ਕਈ ਵਿਦਵਾਨ ਬੀਭਤਸ ਰਸ ਦੇ ਪੱਖੀ ਹਨ, ਕਿਉਂਕਿ ਸਮਾਜ, ਸਿਆਸਤ, ਜੀਵਨ, ਵਿਅਕਤੀ ਤੇ ਹੋਰ ਮਨੁੱਖੀ ਸੰਸਥਾਵਾਂ ਵਿੱਚ ਫੈਲੇ ਹੋਏ ਸਰੀਰਕ ਤੇ ਮਾਨਸਿਕ ਦੁਰਾਚਾਰ ਤੇ ਭ੍ਰਿਸ਼ਟਾਚਾਰ ਦੇ ਸ਼ੁੱਧੀਕਰਨ ਲਈ ਘ੍ਰਿਣਾ ਭਾਵ ਦੀ ਸਖਤ ਲੋੜ ਹੈ। ਫਲਸਰੂਪ ਇਸ ਰਾਹੀਂ ਲੁਕੇ ਹੋਏ ਕੋਡ ਦਾ ਗਿਆਨ ਹੁੰਦਾ ਹੈ ਤੇ ਪਾਠਕ ਲੋਕ ਦੁਸ਼ਟਤਾ, ਬੇਇਨਸਾਫੀ, ਅਨਿਆਏ, ਵੱਡਾਖੋਰੀ ਤੇ ਹੋਰ ਬੁਰਾਈਆਂ ਤੋਂ ਘਿਰਣਾ ਕਰਨ ਲੱਗ ਪੈਂਦੇ ਹਨ ਅਤੇ ਦੁਰਾਚਾਰ ਤੋਂ ਮੂੰਹ ਮੋੜਨ ਲਈ ਤਤਪਰ ਹੁੰਦੇ ਹਨ। ਨਾਲੇ ਘਿਰਣਾ ਸਿਰਫ ਆਪਾਂ ਕਹਿੰਦੇ ਸਰੀਰਕ ਜਾਂ ਭੌਤਿਕ ਨਹੀਂ ਹੁੰਦੀ, ਮਾਨਸਿਕ ਵੀ ਹੁੰਦੀ ਹੈ। ਸਰੀਰਕ ਨਾਲੋਂ ਮਾਨਸਿਕ ਘਿਰਣਾ ਵਧੇਰੇ ਤੇਜ਼ ਹੁੰਦੀ ਹੈ। ਠੀਕ ਹੈ ਨਾ। ਰੱਤ, ਲਹੂ, ਮਾਸ, ਮਿੱਝ ਦੀ ਸਿੱਧੀ ਬਿਆਨਬਾਜ਼ੀ ਹੀ ਬੀਭਤਸ ਰਸ ਦੀ ਇੱਕੋ ਇੱਕ ਸਮੱਗਰੀ ਨਹੀਂ, ਸਗੋਂ ਬੀਭਤਸ ਦੁਰਾਚਾਰ, ਭ੍ਰਿਸ਼ਟਾਚਾਰ ਵਾਲੀਆਂ ਵਸਤੂਆਂ, ਘਟਨਾਵਾਂ ਦੀ ਕੋਰੀ ਕਲਪਨਾ ਵੀ ਬੀਭਤਸ ਰਸ ਦਾ ਸੰਚਾਰ ਕਰ ਸਕਦੀ ਹੈ। ਪੰਜਾਬੀ ਸਾਹਿਤ ਵਿੱਚ ਕਰਤਾਰ ਸਿੰਘ ਦੁੱਗਲ ਦਾ ਨਾਵਲ ਆਂਦਰਾਂ ਬੀਭਤਸ ਰਸ ਦੀ ਉਦਾਹਰਨ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਕੀੜੇ ਵਿੱਚ ਵੀ ਬੀਭਤਸ ਰਸ ਹੈ। ਜਿਵੇਂ ਜਗ ਦੀ ਜੋਤ ਸੀ ਤਾਂ ਚੌਂ ਪਾਸੀ ਸੀ ਭੰਬਟ, ਠੀਕ ਹੈ ਨਾ, ਅੱਜ ਮੁਰਦਾ ਮਾਸ ਹੈ ਤਾਂ ਚੌਂ ਪਾਸੀ ਕੀੜਿਆਂ ਦਾ ਝੁਰਮਟ, ਜਦ ਛਲਕ ਆਏ ਜੋਬਨ ਤੇ ਟੁੱਟ ਜਾਣ ਬੀੜੇ, ਕਿਸੇ ਚਿੱਟੇ ਲਹੂ ਨੂੰ ਕਿਤੇ ਰੱਤੇ ਲਹੂ ਨੂੰ ਚੁਮਟ ਜਾਣ ਕੀੜੇ, ਇਹ ਲਹੂਆਂ ਨੂੰ ਘੋਲਦੇ ਤੇ ਮਿੱਟੀ ਨੂੰ ਘਚੋਲਦੇ, ਹੱਥਾਂ ਵਿੱਚ ਰੋਲਦੇ, ਪੈਰਾਂ ਵਿੱਚ ਰੋਲਦੇ, ਚੁੰਝਾਂ ਨਾਲ ਫੋਲਦੇ, ਨਹੁੰਆਂ 'ਚ ਫਰੋਲਦੇ। ਠੀਕ ਹੈ ਨਾ। ਤੇ ਫਿਰ ਉਸ ਤੋਂ ਆ ਗਿਆ ਬੱਚੋ, ਅੰਗਾਂ ਵਿੱਚ ਪਾਲਦੇ, ਮੂੰਹਾਂ ਵਿੱਚ ਪਪੋਲਦੇ, ਛੋੜਦੇ ਨਹੀਂ ਛੋੜਦੇ, ਰਕਤਾਂ ਨੂੰ ਨਿਚੋੜਦੇ। ਠੀਕ ਹੈ। ਬੀਭਤਸ ਰਸ ਦੀ ਹੋਰ ਉਦਾਹਰਨ ਇੱਕ, ਜਿੱਧਰ ਨਜ਼ਰ ਜਾਵੇ ਤਬਾਹੀ ਮੱਚੀ, ਕਹਾਣੀ ਰਹੀ ਹੈ, ਠੀਕ ਹੈ, ਕਹਾਣੀ ਰਹੀ ਹੋ ਲਹੂ ਮਿੱਝ ਦੀ, ਕਿਤੇ ਮਗਜ਼ ਖੋਪੜ ਵਿੱਚੋਂ ਵਹਿ ਰਿਹਾ, ਗਿਆ ਟੁੱਟ ਮਣਕਾ ਦਹੀਂ ਹੈ ਵਿਹਾ, ਕਿਤੇ ਧੌਣ ਵਿੱਚੋਂ ਫੁਆਰੇ ਫੁੱਟੇ, ਕਿਤੇ ਮਗਜ਼ ਦੀ ਖੋਪਰੀ ਪਈ ਟੁੱਟੇ, ਅਕਾਲੀ ਹੈ ਸਿੰਘ ਨਾਦ ਕਰ ਗਰਜਿਆ, ਪਠਾਣਾ ਦਾ ਦਿਲ ਦਹਿਲ ਕੇ ਲਰਜਿਆ। ਠੀਕ ਹੈ ਨਾ। ਅਵਤਾਰ ਸਿੰਘ ਜੀ ਦੇ ਅਦਭੁਤ ਰਸ ਕੀ ਹੁੰਦਾ ਬੱਚੋ? ਹੈਰਾਨੀ ਵਾਲੀ ਗੱਲ, ਜੋ ਬਹੁਤ ਹੈਰਾਨੀ ਚੀਜ਼ ਦੇਖਿਓ, ਨੌਕੀ ਕਥਾ, ਕਹਾਣੀਆਂ, ਚਕਾਚੌਂਧ ਨਜ਼ਾਰਿਆਂ, ਠੀਕ ਹੈ, ਜਿਨ੍ਹਾਂ ਨੂੰ ਪੜ੍ਹ ਕੇ ਮਤਲਬ ਅਚਰਜ, ਅਦਭੁਤ ਅਹਿਸਾਸ ਹੁੰਦਾ ਹੈ।
ਠੀਕ ਹੈ ਨਾ ਬੱਚੋ, ਉਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ, ਅਤੇ ਬਹੁਤ ਸੋਹਣਾ ਅਹਿਸਾਸ ਹੁੰਦਾ, ਅਲੱਗ ਜਿਹਾ ਅਹਿਸਾਸ ਹੁੰਦਾ, ਜਿਵੇਂ ਗੁਰਬਾਣੀ ਵਿੱਚ ਇਹੋ ਵਿਸਮਾਦ ਹੈ। ਆਚਾਰੀਆ ਵਿਸ਼ਵਨਾਥ ਨੇ ਲਿਖਿਆ ਕਿ ਆਮ ਰਵਾਇਤੀ ਕਿਸਮ ਦੀਆਂ ਰੂੜੀਆਂ ਅਤੇ ਰਵਾਇਤਾਂ ਨੂੰ ਛੱਡ ਕੇ ਜਦ ਚੀਜ਼ਾਂ, ਵਸਤੂਆਂ ਅਤੇ ਘਟਨਾਵਾਂ ਵਿੱਚ ਅਨੋਖਾਪਣ ਆਉਂਦਾ ਹੈ, ਚੰਬਾ ਪੈਦਾ ਹੁੰਦਾ ਹੈ, ਚਿੱਤ ਖਿੜਦਾ ਹੈ, ਵਿਸਮਾਤ ਵਿੱਚ ਆਉਂਦਾ ਹੈ, ਇਹੋ ਹੀ ਅਸਚਰਜ ਭਾਵ ਹੈ। ਇਸ ਅਸਚਰਜ ਭਾਵ ਵਿੱਚ ਚਮਤਕਾਰ ਦੇ ਅੰਸ਼ ਜੁੜੇ ਰਹਿੰਦੇ ਹਨ। ਚਮਤਕਾਰ ਦੇ ਕਾਰਨ ਕਾਵਿ ਸਾਹਿਤ ਵਿੱਚ ਜਿਹੜੀ ਕਾਵਿ ਸਾਹਿਤ ਹੁੰਦਾ ਹੈ ਉਹਦੇ ਵਿੱਚ ਰੌਚਕਤਾ ਹੁੰਦੀ ਹੈ। ਇਉਂ ਚਮਤਕਾਰ ਅਤੇ ਅਸਚਰਜ ਹੀ ਕਾਵਿ ਦੀ ਆਤਮਾ ਹੈ। ਠੀਕ ਹੈ, ਸਾਹਿਤ ਵਿੱਚ ਅਦਭੁਤ ਰਸ ਦੀ ਕਈ ਤਰ੍ਹਾਂ ਦੀਆਂ ਨਾਲ ਵਿਅੰਜਨਾ ਮਤਲਬ ਹੋਈਆਂ ਹਨ। ਠੀਕ ਹੈ, ਅਤੇ ਕਬੀਰ ਦੇ ਉਲਟ ਬਾਂਸੀਆਂ ਵਾਲੇ ਪਦੇ ਅਦਭੁਤ ਰਸ ਪ੍ਰਧਾਨ ਹਨ। ਕਬੀਰ ਦਾ ਮਤਲਬ ਆਪਾਂ ਕਹਿੰਦੇ ਸ਼ਲੋਕ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋ ਲਾਰਿਕਾ ਚਾਰਿਕੇ, ਰਹੇ ਰਾਮ ਲਿਵ ਲਾਗ। ਕਬੀਰ ਦਾ ਇਹ ਵਿਰੋਧਾਭਾਸ ਵਾਲਾ ਪਦ ਹੈ। ਕੌਣ ਐਸਾ ਹੈ ਜੋ ਆਪਣੇ ਘਰ ਨੂੰ ਅੱਗ ਲਾਵੇ ਅਤੇ 5 ਬੇਟੇ ਲੜਕੇ ਕੁਰਬਾਨ ਕਰੇ ਅਤੇ ਫਿਰ ਰਾਮ ਨਾਲ ਲਿਵ ਲਾਵੇ। 5 ਲੜਕੇ ਮਤਲਬ ਵਿਕਾਰ ਹੁੰਦੇ ਨੇ ਬੱਚੋ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਠੀਕ ਹੈ ਨਾ। ਕਬੀਰ ਬਾਣੀ ਵਿੱਚੋਂ ਇੱਕ ਹੋਰ ਵੰਨਗੀ ਦੇਖਦੇ ਆਪਾਂ। ਕਬੀਰ ਪਰਦੇਸੀ ਕਹਿ ਘਾਗਰੇ। ਠੀਕ ਹੈ, 24 ਲਾਗੀ ਆਗ, ਖਿੰਥਾ ਜਲ ਕੋਇਲਾ, ਭਈ ਤਾਗੇ ਆਂਚ ਨਾ ਲਾਗ। ਅਰਥਾਤ ਪਰਦੇਸੀ ਜੀ ਪ੍ਰਾਹੁਣਾ ਹੈ, ਉਸਦੇ ਸਰੀਰ ਰੂਪੀ ਘੱਗਰੇ ਨੂੰ ਅੱਗ ਲੱਗ ਗਈ ਹੈ, ਗੋਦੜੀ ਰੂਪੀ ਸਰੀਰ ਸੜ ਗਿਆ ਹੈ, ਪਰ ਆਤਮਾ ਨੂੰ ਸੇਕ ਨਹੀਂ ਲੱਗਾ। ਇਹ ਸ਼ਲੋਕ ਅਸਚਰਜੀ ਕਥਨ ਹੈ, ਇਸ ਲਈ ਅਦਭੁਤ ਰਸ ਦੀ ਵੰਨਗੀ ਹੈ। ਗੁਰੂ ਨਾਨਕ ਦੇਵ ਜੀ ਜਦ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ ਉਚਾਰਦੇ ਹਨ ਤਾਂ ਇਸ ਵਿੱਚ ਅਦਭੁਤ ਦੀ ਵੈਰਾਗੀ ਹੈ। ਗੁਰੂ ਨਾਨਕ ਦੇਵ ਜੀ ਜਦੋਂ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ ਉਚਾਰਦੇ ਹਨ ਤਾਂ ਇਸ ਵਿੱਚ ਵੀ ਅਦਭੁਤ ਰਸ ਹੈ। ਠੀਕ ਹੈ ਨਾ। ਗੁਰੂ ਜੀ ਉਸ ਅਸਚਰਜਮਈ ਕੁਦਰਤ ਨੂੰ ਹੈਰਾਨੀ ਨਾਲ ਵੇਖਦੇ ਹਨ, ਕਿਉਂਕਿ ਇੱਥੇ ਦੂਰ ਨੇੜੇ ਸੰਯੋਗ, ਵਿਯੋਗ, ਭੁੱਖਾ ਰੋਗ ਆਦਿ ਵਿਰੋਧੀ ਜੋੜੀਆਂ ਦਾ ਹੈਰਾਨੀ ਵਰਣਨ ਕੀਤਾ ਗਿਆ ਹੈ। ਠੀਕ ਹੈ ਨਾ। ਅਦਭੁਤ ਰਸ ਦੀ ਹੋਰ ਉਦਾਹਰਨ ਦੇਖਦੇ ਹਾਂ ਬੱਚੋ, ਅਤੇ ਉਹੀ ਜੋ ਆਪਾਂ ਉੱਪਰ ਪੜ੍ਹੀ ਹੈ ਉਹਦੇ ਨਾਲ ਕੁਝ ਹੋਰ ਗੱਲਾਂ ਜੋੜਦੇ ਹਾਂ। ਠੀਕ ਹੈ ਨਾ। ਵਿਸਮਾਦ ਨਾਦ, ਵਿਸਮਾਦ ਭੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡ ਵਿਡਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ। ਠੀਕ ਹੈ ਨਾ। ਦੇਖੋ ਕਿੰਨਾ ਸੋਹਣਾ ਲਿਖਿਆ ਬੱਚੋ। ਫਿਰ ਆ ਗਿਆ ਸ਼ਾਂਤ ਰਸ। ਠੀਕ ਹੈ, ਰਸ ਸਿਧਾਂਤ ਦੇ ਬਾਨੀ ਆਚਾਰੀਆ ਭਰਤ ਮੁਨੀ ਨੇ ਸ਼ਾਂਤ ਰਸ ਨੂੰ ਰਸਾਂ ਦੀ ਲੜੀ ਵਿੱਚ ਹੀ ਨਹੀਂ ਗਿਣਿਆ ਸੀ। ਠੀਕ ਹੈ ਨਾ। ਮਗਰਲੇ ਆਚਾਰੀਆ ਵਿਸ਼ਵਨਾਥ ਜਿਹੇ ਆਲੋਚਕਾਂ ਨੇ ਸ਼ਾਂਤ ਰਸ ਨੂੰ ਪੂਰੀ ਤਰ੍ਹਾਂ ਮਾਨਤਾ ਪ੍ਰਦਾਨ ਕੀਤੀ ਹੈ। ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ ਹੈ, ਜਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸ਼ਾਂਤ ਰਸ ਅਭਿਵਿਅਕਤੀ ਹੁੰਦਾ ਹੈ। ਵਿਰਾਗ ਕੀ ਹੈ, ਇਹ ਕਿਵੇਂ ਉਤਪੰਨ ਹੁੰਦਾ ਹੈ? ਹੁਣ ਇਸ ਦਾ ਉਲੇਖ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਰਹੱਸਮਈ ਜਗਤ ਵਿੱਚ ਇਸ ਦੇ ਪਸਾਰੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਹਨ। ਇਹ ਪ੍ਰਸ਼ਨ ਸੁੱਤੇ ਸਿੱਧ ਹੁੰਦੇ ਰਹਿੰਦੇ ਹਨ। ਸੰਸਾਰ ਕੀ ਹੈ, ਜੀਵਨ ਕੀ ਹੈ, ਮਨੁੱਖੀ ਸਰੀਰ ਕੀ ਹੈ, ਮੈਂ ਕੀ ਹਾਂ, ਇੱਥੇ ਸਾਡਾ ਕੰਮ ਕੀ ਹੈ, ਮੌਤ ਕੀ ਹੈ, ਮਰ ਕੇ ਕਿੱਥੇ ਜਾਣਾ ਹੈ, ਕੌਣ ਹੈ ਜੋ ਇਸ ਪ੍ਰਪੰਚ ਪਸਾਰੇ ਦਾ ਮਤਲਬ ਸੰਚਾਲਨ ਕਰਦਾ ਹੈ। ਅਜਿਹੇ ਪ੍ਰਸ਼ਨਾਂ ਦੇ ਉੱਤਰ ਭਾਲਦਾ ਬੰਦਾ ਸੰਵੇਦਨਸ਼ੀਲ ਹੋ ਜਾਂਦਾ ਹੈ। ਠੀਕ ਹੈ, ਇਸ ਸੰਵੇਦਨਸ਼ੀਲਤਾ ਦੇ ਜਿਹੜੇ ਮਨੁੱਖ ਦੇ ਪ੍ਰਸ਼ਨ ਬਹੁਤ ਸਾਰੇ ਹੋ ਜਾਂਦੇ ਹਨ। ਠੀਕ ਹੈ ਨਾ। ਅਤੇ ਉਹ ਭੀੜ ਦੇ ਵਿੱਚ ਗੁਆਚ ਜਾਂਦਾ ਹੈ, ਪਰ ਉੱਤਰ ਲਾਪਤਾ ਹੈ। ਉੱਤਰ ਦੀ ਤਲਾਸ਼ ਜਾਰੀ ਹੈ। ਇਸ ਭਾਲ ਵਿੱਚ ਮਨੁੱਖ ਨੂੰ ਜਦੋਂ ਇਹ ਪ੍ਰਤੀਤ ਹੁੰਦਾ ਹੈ ਕਿ ਸਾਰਾ ਸੰਸਾਰ, ਪ੍ਰਪੰਚ, ਸੰਸਾਰ, ਜੀਵਨ, ਮੈਂ, ਤੂੰ, ਪਿੰਡ, ਬ੍ਰਹਿਮੰਡ ਇੱਕ ਦਿਨ ਲੋਪ ਹੋ ਜਾਣਗੇ, ਉਸ ਦੇ ਦਿਲ ਵਿੱਚ ਇੱਕ ਨਾਸ਼ਮਾਨ ਸੰਸਾਰ ਵੱਲੋਂ ਵੈਰਾਗ ਉਪਜਦਾ ਹੈ। ਸੰਸਾਰ ਨਾਲ ਬੱਝਣਾ ਰਾਗ ਹੈ, ਸੰਸਾਰ ਤੋਂ ਉਤਾਂਹ ਉੱਠਣਾ ਵੈਰਾਗ ਹੈ। ਇਹ ਸਾਰਾ ਜਗਤ ਪਸਾਰਾ ਚੱਲਣਸ਼ੀਲ ਹੈ। ਵੇਖਦਿਆਂ ਫਰੀਦ ਦੇ ਸ਼ਬਦਾਂ ਵਿੱਚ ਕੈਤੀ ਚੱਲ ਗਈ ਹੈ। ਠੀਕ ਹੈ, ਕੇਤੀ ਚੱਲ ਗਈ ਹੈ। ਇਹ ਪਤਾ ਨਹੀਂ ਚੱਲਦਾ, ਬਸ ਇਹ ਬੋਧ ਪ੍ਰਬੋਧ ਹੈ ਜਾਂ ਇਹ ਤੱਤ ਗਿਆਨ ਹੀ ਵੈਰਾਗ ਦਾ ਕਾਰਨ ਹੈ। ਸ਼ਹਿਦ ਦੇ ਸਵਾਦ ਵਿੱਚ ਫਸੀ ਹੋਈ ਮੱਖੀ ਵਾਂਗੂ ਬੰਦਾ ਫਸਿਆ ਬੈਠਾ ਹੈ। ਉਹ ਬੰਧਨ ਮੁਕਤ ਹੋ ਕੇ ਵੈਰਾਗ ਦੀ ਭਾਵਨਾ ਵਿੱਚ ਸ਼ਾਂਤ ਚਿੱਤ ਤੁਰਿਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਸੋਚ ਬਿਰਤੀ ਵੈਰਾਗ ਦੀ ਪ੍ਰੇਰਨਾ ਹੈ ਅਤੇ ਕਾਰਨ ਸਮੱਗਰੀ ਹੈ, ਜਿਹੜੀ ਪ੍ਰਬਲ ਹੋ ਕੇ ਸ਼ਾਂਤ ਰਸ ਨੂੰ ਜਾਗਰਤ ਕਰਦੀ ਹੈ।
ਵਿਚਾਰਸ਼ੀਲ ਹੈ ਨਾ ਕਵੀ ਜਨਾਂ ਦੇ ਅਨੁਭਵੀ ਸੰਤ ਜਨਾਂ ਦੇ ਬੋਲ ਵਿੱਚ ਸ਼ਾਂਤ ਰਸ ਦੀਆਂ ਤਰੰਗਾਂ ਉੱਠਦੀਆਂ ਹਨ। ਕਿਤੇ ਕੁਦਰਤ ਦੇ ਅਦਭੁਤ ਸ਼ਾਂਤ ਨਜ਼ਾਰੇ ਦਿਲਾਂ ਨੂੰ ਧੂ ਪਾਉਂਦੇ ਹਨ, ਕਿਤੇ ਝਰਨੇ ਸੰਗੀਤ ਅਲਪ ਰਹੇ ਹਨ, ਕਿਤੇ ਬਨਸਪਤੀ ਦੀ ਹਰਿਆਲੀ ਅੱਖਾਂ ਨੂੰ ਠੰਡਕ ਤੇ ਦਿਲਾਂ ਨੂੰ ਸ਼ਾਂਤੀ ਬਖਸ਼ ਰਹੀ ਹੈ। ਸੰਵੇਦਨਸ਼ੀਲ ਮਨੁੱਖ ਇਹਨਾਂ ਦ੍ਰਿਸ਼ਾਂ ਤੋਂ ਸ਼ਾਂਤੀ, ਚੈਨ, ਵਿਰਾਗ, ਅਗੰਮੀ ਸੁਨੇਹਾ ਲੱਭ ਰਿਹਾ ਹੈ। ਇਹ ਸਾਰੇ ਅਨੋਖੇ ਦ੍ਰਿਸ਼ ਸ਼ਾਂਤ ਰਸ ਦੀ ਭੂਮਿਕਾ ਨਿਭਾਉਂਦੇ ਹਨ। ਕੁਦਰਤ ਦੇ ਅਜਿਹੇ ਵਿਸਮਾਤਕ ਦ੍ਰਿਸ਼ਾਂ ਦਾ ਵਰਣਨ ਸ਼ਾਂਤ ਰਸ ਕਾਵਿ ਬਾਣੀ ਵਿੱਚ ਆਮ ਮਿਲਦਾ ਹੈ। ਆਧੁਨਿਕ ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੀਤਮ ਸਿੰਘ, ਡਾਕਟਰ ਜਸਵੰਤ ਸਿੰਘ ਨੇਕੀ ਦੀਆਂ ਕਵਿਤਾਵਾਂ ਵਿੱਚ ਸ਼ਾਂਤ ਰਸ ਦੀਆਂ ਵੰਨਗੀਆਂ ਬਹੁਤ ਹਨ। ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ। ਬੱਚਿਓ ਆਪਾਂ ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਦੀ ਜਿਹੜੀ ਰਚਨਾ ਹੈ, ਠੀਕ ਹੈ, ਉਸ ਦੇ ਨਾਲ ਆਪਾਂ ਆਪਣੇ ਆਪ ਨੂੰ, ਠੀਕ ਹੈ, ਰਸਾਂ ਦੇ ਵਿੱਚ ਸ਼ਮੂਲੀਅਤ ਕਰਕੇ, ਠੀਕ ਹੈ, ਆਪਣੀ ਜੋ ਰਸ ਦੀ ਜਾਣਕਾਰੀ ਉਸ ਨੂੰ ਭਰਪੂਰ ਢੰਗ ਨਾਲ ਅਪਣਾਇਆ ਬੱਚਿਓ, ਠੀਕ ਹੈ, ਲਿਆ ਉਸ ਜਾਣਕਾਰੀ ਨੂੰ। ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਹੀ ਸਮਝ ਆਇਆ ਹੋਵੇਗਾ ਬੱਚਿਓ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਚਾਹੁੰਦੇ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਸਕਦੇ ਸੀ, ਪਰ ਨਹੀਂ, ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਹੀ ਦੱਸਿਆ ਹੈ।